ਅੱਜ ਦਾ ਮੁੱਦਾ ਦੈਨਿਕ ਸਵੇਰਾ ਟੀਵੀ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਅਜਿਹਾ ਪ੍ਰੋਗਰਾਮ ਜਿਸ 'ਚ ਅਜਿਹੇ ਮੁੱਦੇ ਚੁੱਕੇ ਜਾਂਦੇ ਨੇ ਜਿਹੜੇ ਆਮ ਲੋਕਾਂ ਨਾਲ ਜੁੜੇ ਹੋਣ। ਖਾਸ ਕਰਕੇ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਆਮ ਲੋਕਾਂ ਨਾਲ ਜੁੜੇ ਮੁੱਦੇ ਚੁੱਕੇ ਜਾਣ। ਅੱਜ ਵੀ ਇੱਕ ਅਜਿਹਾ ਹੀ ਮੁੱਦਾ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਮੇਰੇ ਨਾਲ ਮੇਰੇ ਸਹਿਯੋਗੀ ਰਿਮਾਂਸ਼ੂ ਗਾਬਾ ਜੁੜੇ ਹੋਏ ਨੇ, ਕਿਉਂਕਿ ਅੱਜ ਮਸਲਾ ਜਿਹੜਾ ਆ ਉਹ ਟ੍ਰੈਫਿਕ ਨਾਲ ਜੁੜਿਆ ਹੋਇਆ ਹੈ। ਟ੍ਰੈਫਿਕ ਦੀ ਸਮੱਸਿਆ ਪੰਜਾਬ ਦੇ ਤਕਰੀਬਨ ਹਰ ਸ਼ਹਿਰ 'ਚ, ਹਰ ਵੱਡੇ ਸ਼ਹਿਰ 'ਚ ਕਹਿ ਸਕਦੇ ਹਾਂ, ਵੱਧਦੀ ਜਾ ਰਹੀ ਹੈ। ਔਰ ਇਹ ਸਮੱਸਿਆ ਹੱਲ ਕੀ ਹੈ ਇਹਨਾਂ ਨੂੰ ਇਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਕਿ ਇਹ ਕਈ ਵੱਡੇ ਸ਼ਹਿਰਾਂ ਦੇ ਵਿੱਚ ਇਸ ਵਿਵਸਥਾ ਨੂੰ ਦੇਖ ਕੇ ਆਏ ਹੈ ਅਤੇ ਉਹਦੇ 'ਤੇ ਇੱਕ ਪ੍ਰੋਗਰਾਮ ਜਿਹੜਾ ਆ ਉਹ ਸਬਕ ਨਾਮ ਦਾ ਪ੍ਰੋਗਰਾਮ ਚੱਲ ਰਿਹਾ ਅਤੇ ਕਿਉਂ ਨਹੀਂ ਉਹ ਸਿਸਟਮ ਜਿਹੜਾ ਉਹ ਪੰਜਾਬ 'ਚ ਲਾਗੂ ਹੋ ਸਕਦਾ। ਰਿਮਾਂਸ਼ੂ ਜੀ, ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਆਪਾਂ ਖਾਸ ਕਰਕੇ ਇਸ ਕਰਕੇ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਜਾਂ ਬੁਲਾਇਆ ਗਿਆ ਕਿ ਕਿਉਂਕਿ ਮੈਨੂੰ ਇਹ ਲੱਗਾ ਕਿ ਪੰਜਾਬ ਦੇ ਵਿੱਚ ਟ੍ਰੈਫਿਕ ਵਿਵਸਥਾ ਕਿਉਂ ਨਹੀਂ, ਜਦ ਕਿ ਕਈ ਸ਼ਹਿਰ ਬੜੇ ਵੱਡੇ ਸ਼ਹਿਰ ਨੇ ਔਰ ਉੱਥੇ ਪੰਜਾਬ ਦੇ ਮੁਕਾਬਲੇ ਬਹੁਤ ਸਾਰਾ ਜਿਹੜਾ ਆ ਉਹ ਟ੍ਰੈਫਿਕ ਹੈ, ਇਸ ਦੇ ਬਾਵਜੂਦ ਉੱਥੇ ਵਿਵਸਥਾ ਬੜੀ ਵਧੀਆ ਹੈ ਟ੍ਰੈਫਿਕ ਦੀ, ਅਤੇ ਇੱਥੇ ਪੰਜਾਬ ਦੇ ਵਿੱਚ ਕਿਉਂ ਨਹੀਂ ਇਹ ਵਿਵਸਥਾ ਹੋ ਸਕਦੀ? ਬਿਲਕੁਲ, ਇਹ ਜਿਹੜੀ ਸਮੱਸਿਆ ਸਾਡੀ ਜ਼ਿੰਦਗੀ ਦੀ ਰੂਟੀਨ ਦੀ ਇੱਕ ਵੱਡੀ ਸਮੱਸਿਆ ਔਰ ਲੋਕਾਂ ਦਾ ਗੁੱਸਾ, ਇਸ ਗੱਲ ਦਾ ਜ਼ਿਕਰ ਕਰਨਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਰਾਣਾ ਜੀ ਕਿ ਲੋਕਾਂ ਦਾ ਗੁੱਸਾ ਬੜਾ ਵੱਧ ਗਿਆ ਇਸ ਸਮੱਸਿਆ ਨੂੰ ਲੈ ਕੇ। ਤੁਸੀਂ ਦੇਖੋਗੇ ਕਿ ਲੁਧਿਆਣੇ ਦੇ ਵਿੱਚ ਵੀ ਟ੍ਰੈਫਿਕ ਦੀ ਜਾਮ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਰੋਜ਼। ਜਲੰਧਰ ਦੇ ਵਿੱਚ ਕਈ ਥਾਵਾਂ 'ਤੇ, ਜਲੰਧਰ ਦਾ ਜਿਹੜਾ ਇੰਟਰਨਲ ਏਰੀਆ, ਮਾਲ ਟਾਊਨ ਵਗੈਰਾ ਦੇ ਏਰੀਆ ਨੇ, ਜਿਹੜੀ ਮੇਨ ਸੜਕਾਂ ਨੇ, ਉੱਥੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ। ਰੋਜ਼ਾਨਾ ਪੁਲਿਸ, ਜਿਹੜੀ ਟ੍ਰੈਫਿਕ ਪੁਲਿਸ ਹੈ, ਉਹ ਕੋਈ ਨਾ ਕੋਈ ਤਰੀਕੇ ਅਪਣਾ ਰਹੀ ਹੈ ਤਾਂ ਕਿ ਜਿਹੜਾ ਟ੍ਰੈਫਿਕ ਹੈ ਉਹ ਸੁਚਾਰੂ ਰੂਪ ਦੇ ਨਾਲ ਚੱਲਦਾ ਰਹੇ। ਜਲੰਧਰ ਦਾ ਕਪੂਰਥਲਾ ਚੌਂਕ ਹੈ, ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਜਿਹੜਾ ਬਾਕੀ ਦਾ ਇਲਾਕਾ ਹੈ, ਉੱਥੇ ਕਈ ਘੰਟੇ, ਮੈਂ ਕਹਾਂਗਾ, ਜੋ ਸ਼ਾਇਦ ਮੇਰਾ ਗਲਤ ਨਹੀਂ ਹੋਵਾਂਗਾ ਕਿ ਜੇ ਘੰਟੇ ਵੀ ਬੋਲਦੀ ਹੈ, ਕਿ ਕਈ ਘੰਟੇ ਫਸਣਾ ਪੈ ਜਾਂਦਾ ਲੋਕਾਂ ਨੂੰ। ਖਾਸ ਕਰ ਲੁਧਿਆਣਾ ਦੇ ਵਿੱਚ ਜਦੋਂ ਫੈਕਟਰੀਆਂ ਤੋਂ ਛੁੱਟੀ ਹੁੰਦੀ ਹੈ, ਤੁਸੀਂ ਬਾਈਪਾਸ ਵਾਲਾ ਇਲਾਕਾ ਦੇਖੋਗੇ, ਜਦੋਂ ਤੁਸੀਂ ਬਸੀ ਜੋਧੇਆਲ ਤੋਂ ਸਮਰਾਲਾ ਚੌਂਕ ਵੱਲ ਨੂੰ ਜਾ ਰਹੇ ਹੋ ਜਾਂ ਕਿ ਗਿੱਲ ਚੌਂਕ ਵੱਲ ਨੂੰ ਜਾ ਰਹੇ ਹੋ, ਉੱਥੇ ਇੰਨੀ ਜ਼ਿਆਦਾ ਸਮੱਸਿਆ ਹੈ ਟ੍ਰੈਫਿਕ ਦੀ ਕਿ ਜਿਹੜੇ ਲੋਕ ਲੁਧਿਆਣਾ ਨੂੰ ਪਾਰ ਕਰਕੇ ਕਿਸੇ ਹੋਰ ਸ਼ਹਿਰ 'ਚ ਵੀ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਜਾਮ ਦੇ ਵਿੱਚ ਫਸਣਾ ਪੈਂਦਾ ਹੈ। ਅੰਮ੍ਰਿਤਸਰ ਦੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਜਿਹੜੀ ਟ੍ਰੈਫਿਕ ਨੂੰ ਲੈ ਕੇ ਖਬਰ ਸਾਡੇ ਸਾਹਮਣੇ ਆ ਰਹੀ ਹੈ। ਰੋਜ਼ਾਨਾ ਜਿਹੜੀ ਉੱਥੋਂ ਦੀ ਟ੍ਰੈਫਿਕ ਪੁਲਿਸ ਦੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਨੂੰ ਠੀਕ ਢੰਗ ਦੇ ਨਾਲ ਚਲਾਇਆ ਜਾਵੇ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਸਰਦੀਆਂ ਦੀ ਛੁੱਟੀਆਂ ਹੋਣ ਦੇ ਲਈ ਔਰ ਸਰਦੀ ਦਾ ਮੌਸਮ ਹੋਣ ਕਾਰਨ ਲੋਕ ਬਹੁਤ ਜ਼ਿਆਦਾ ਗੱਡੀਆਂ 'ਤੇ ਟਰੈਵਲ ਕਰ ਰਹੇ ਨੇ। ਬਹੁਤ ਜ਼ਿਆਦਾ ਜਿਹੜੇ ਲੋਕ, ਮੰਨ ਲਓ ਕਿ ਕੋਈ 2 ਵੀਲਰ 'ਤੇ ਨਿਕਲਦਾ ਸੀਗਾ, ਉਹ ਹੁਣ 4 ਵੀਲਰ 'ਤੇ ਨਿਕਲਦਾ, ਕਿਉਂਕਿ ਠੰਡ ਸੀਗੀ। ਠੰਡ ਤੋਂ ਬਚਣ ਦੇ ਲਈ ਗੱਡੀਆਂ ਦੇ ਇਸਤੇਮਾਲ ਕਰ ਰਹੇ ਨੇ। ਗੱਡੀਆਂ ਦਾ ਇਸਤੇਮਾਲ ਕਰ ਰਹੇ ਨੇ ਅਤੇ ਜ਼ਾਹਿਰ ਜੀ ਗੱਲ ਹੈ ਕਿ ਸੜਕਾਂ 'ਤੇ ਟ੍ਰੈਫਿਕ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ। ਤਾਂ ਪੰਜਾਬ ਦੇ ਵਿੱਚ ਮੈਂ ਹਜੇ ਸਿਰਫ 3 ਸ਼ਹਿਰਾਂ ਦੀ ਗੱਲ ਕਰ ਰਿਹਾ ਜਿਹਨੂੰ ਆਪਾਂ ਵੱਡੀ ਸਮੱਸਿਆਵਾਂ ਵਾਂਗ ਦੇਖ ਸਕਦੇ ਹਾਂ। ਬਾਕੀ ਹਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਹੈ। ਔਰ ਜੋ ਮੈਂ ਮਹਿਸੂਸ ਕਰ ਰਿਹਾ ਔਰ ਜੋ ਆਪਾਂ ਪ੍ਰੋਗਰਾਮ ਚਲਾ ਰਹੇ ਹਾਂ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਸਬਕ ਇੱਕ ਸਾਡਾ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਸਮੱਸਿਆਵਾਂ ਇੰਡੀਆ ਦੇ ਵਿੱਚ ਹੀ ਉਹਦੇ ਹੱਲ ਲੱਭ ਰਹੇ ਹਾਂ। ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਵਿਦੇਸ਼ੀ ਮੁਲਕਾਂ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਇੱਦਾਂ ਹੈ, ਸਿੰਗਾਪੁਰ ਦੇ ਵਿੱਚ ਇੱਦਾਂ ਹੈ, ਲੰਡਨ ਦੇ ਵਿੱਚ ਇੱਦਾਂ ਹੈ। ਅਸੀਂ ਉਸ ਪ੍ਰੋਗਰਾਮ ਦੇ ਵਿੱਚ ਇਹ ਦਿਖਾ ਰਹੇ ਹਾਂ ਕਿ ਇੰਡੀਆ ਦੇ ਵਿੱਚ ਹੀ ਕੀ ਹੋ ਸਕਦਾ ਸਹੀ ਔਰ ਖਰਾਬ ਚੀਜ਼ਾਂ ਨੂੰ ਸਹੀ ਕਿਵੇਂ ਕੀਤਾ ਜਾ ਸਕਦਾ। ਤਾਂ ਇੰਡੀਆ ਦੇ ਵਿੱਚ ਠੀਕ ਕਰਨ ਲਈ ਆਪਾਂ ਚੀਜ਼ਾਂ ਲੱਭੀਆਂ ਔਰ ਹੈਦਰਾਬਾਦ ਦੀ ਟੈਕਨੋਲੋਜੀ ਦਿਖਾਈ ਕਿ ਉਹਨਾਂ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਕਿਵੇਂ ਉਹਨੂੰ ਹੱਲ ਕੀਤਾ ਹੋਇਆ। ਮਤਲਬ ਸਮੱਸਿਆ ਉੱਥੇ ਵੀ ਹੈ, ਪਰ ਉਹਨੂੰ ਘਟਾਇਆ ਕਿਵੇਂ, ਲੋਕਾਂ ਨੂੰ ਦਿੱਕਤਾਂ ਦਾ ਜ਼ਿਆਦਾ ਸਾਹਮਣਾ ਨਾ ਕਰਨਾ ਪਵੇ, ਉਹਨੂੰ ਕਿਵੇਂ ਘਟਾਇਆ, ਉਹ ਆਪਾਂ ਹੈਦਰਾਬਾਦ ਦੇ ਬਾਰੇ ਦੱਸਿਆ ਜੀ। ਔਰ ਉਹ ਮੇਨ ਖਾਸ ਤੌਰ 'ਤੇ ਆਪਾਂ ਅੱਗੇ ਜ਼ਿਕਰ ਕਰਾਂਗੇ ਰਾਣਾ ਜੀ, ਉਹ ਟੈਕਨੋਲੋਜੀ ਬੇਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੁਣ ਸਾਨੂੰ ਚਾਹੀਦਾ। ਟੈਕਨੋਲੋਜੀ ਲਿਆਉਣੀ ਪੈਣੀ ਔਰ ਟੈਕਨੋਲੋਜੀ ਜਿਹੜੀ ਹੈ ਪੰਜਾਬ ਦੇ ਹਜੇ ਕਿਸੇ ਵੀ ਸ਼ਹਿਰ ਵਿੱਚ ਨਹੀਂ ਹੈਗੀ। ਐਡਵਾਂਸ ਟੈਕਨੋਲੋਜੀ ਚਾਹੀਦੀ ਹੈ, ਸਮਾਰਟ ਸਿਸਟਮ ਚਾਹੀਦਾ। ਨਾ ਉਹ ਜਲੰਧਰ ਦੇ ਵਿੱਚ ਹੈ, ਨਾ ਉਹ ਲੁਧਿਆਣੇ ਦੇ ਵਿੱਚ ਹੈ, ਨਾ ਉਹ ਅੰਮ੍ਰਿਤਸਰ ਦੇ ਵਿੱਚ ਹੈ, ਨਾ ਹੀ ਕੋਈ ਹੋਰ ਵੱਡੇ ਸ਼ਹਿਰ ਦੇ ਵਿੱਚ ਹੈ। ਮੋਹਾਲੀ ਦੇ ਵਿੱਚ ਥੋੜ੍ਹੇ ਬਹੁਤ ਸਿਗਨਲਸ ਲੱਗੇ ਨੇ, ਲੁਧਿਆਣੇ ਦੇ ਵਿੱਚ ਹੁਣ ਕੰਮ ਸ਼ੁਰੂ ਹੋਇਆ, ਜਲੰਧਰ ਦੇ ਵਿੱਚ ਕੰਮ ਸ਼ੁਰੂ ਹੋਣ ਜਾ ਰਿਹਾ। ਔਰ ਜਿਹੜੇ ਮੈਂ ਹੈਦਰਾਬਾਦ ਦੀ ਗੱਲ ਕਰ ਰਿਹਾ, ਉੱਥੇ 2012 ਤੋਂ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਚੱਲ ਰਿਹਾ। ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਮਤਲਬ ਹੁੰਦਾ ਹੈ ਕਿ ਇੱਕ ਕੰਟਰੋਲ ਰੂਮ ਤੋਂ ਬਹਿ ਕੇ ਪੂਰੇ ਸ਼ਹਿਰ ਦਾ ਜਿਹੜਾ ਟ੍ਰੈਫਿਕ ਕੰਟਰੋਲ ਕਰ ਲੈਣਾ। ਇੱਕ ਹੁੰਦਾ ਕਿ CCTV ਲਾਤੇ ਹੋ, ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ, ਉਹ ਹੁੰਦੀ ਸਰਵੇਲੈਂਸ। ਟ੍ਰੈਫਿਕ ਮੈਨੇਜਮੈਂਟ ਸਿਸਟਮ ਇੱਕ ਅਲੱਗ ਚੀਜ਼ ਹੈ। ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਕਿ ਇੱਕ ਜਗ੍ਹਾ 'ਤੇ ਬਹਿ ਕੇ ਤੁਸੀਂ ਉੱਥੋਂ ਹੀ ਕਮਰੇ 'ਚ ਬਹਿ ਕੇ ਸਿਗਨਲ ਵੀ ਆਪਰੇਟ ਕਰ ਸਕਦੇ ਹੋ, ਤੁਸੀਂ ਉੱਥੋਂ ਬਹਿ ਕੇ ਲੋਕਾਂ ਨੂੰ ਵੀ ਦੇਖ ਸਕਦੇ ਹੋ, ਤੁਸੀਂ ਉੱਥੋਂ ਬਹਿ ਕੇ ਹੀ ਚਲਾਨ ਵੀ ਕੱਟ ਸਕਦੇ ਹੋ ਜੇ ਕੋਈ ਵਾਇਲੇਸ਼ਨ ਕਰ ਰਿਹਾ, ਤੁਸੀਂ ਉੱਥੇ ਬੈਠ ਕੇ ਹੀ ਲੋਕਾਂ ਤੱਕ ਮੈਸੇਜ ਵੀ ਪਹੁੰਚਾ ਸਕਦੇ ਹੋ, ਤੁਸੀਂ ਉੱਥੇ ਬੈਠ ਕੇ ਹੀ ਕੋਈ ਰੂਟ ਤੁਸੀਂ ਡਾਇਵਰਟ ਕੀਤਾ
ਕੋਈ ਧਰਨਾ ਲੱਗਾ, ਕੋਈ ਸ਼ੋਭਾ ਯਾਤਰਾ ਨਿਕਲ ਰਹੀ ਹੈ, ਕੋਈ ਰੂਟ ਡਾਇਵਰਟ ਹੋਇਆ, ਉੱਥੋਂ ਬੈਠ ਕੇ ਤੁਸੀਂ ਸਾਰਾ ਸਿਸਟਮ ਜਿਹੜਾ ਆਪਣੇ ਸ਼ਹਿਰ ਵਾਸੀਆਂ ਤੱਕ ਪਹੁੰਚਾ ਸਕਦੇ ਹੋ। SMS ਦੇ ਰਾਹੀਂ ਤੁਸੀਂ ਟ੍ਰੈਫਿਕ ਦੀ ਕੋਈ ਰੂਟ ਡਾਇਵਰਟ ਹੈ, ਕੋਈ ਟ੍ਰੈਫਿਕ ਦੀ ਸਮੱਸਿਆ ਹੈ, ਕਿੱਥੇ ਟ੍ਰੈਫਿਕ ਬਲੌਕ ਹੈ, ਉਹ ਤੁਸੀਂ SMS ਕਰਕੇ ਆਪਣੇ ਸ਼ਹਿਰ ਵਾਸੀਆਂ ਨੂੰ ਪਹੁੰਚਾ ਸਕਦੇ ਹੋ, ਈਮੇਲ ਕਰ ਸਕਦੇ ਹੋ, WhatsApp ਕਰ ਸਕਦੇ ਹੋ। ਤਾਂ ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਟੀਗ੍ਰੇਟਿਡ ਮਤਲਬ ਕਿ ਟੈਕਨੋਲੋਜੀ ਦਾ ਸਹਾਰਾ ਲੈ ਕੇ ਟ੍ਰੈਫਿਕ ਮੈਨੇਜ ਕਰਨਾ ਚਾਹੀਦਾ ਹੈ। ਔਰ ਉਹ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਹਜੇ ਤੱਕ ਉਸ ਤਰ੍ਹਾਂ ਦਾ ਪ੍ਰੋਜੈਕਟ ਨਹੀਂ ਆਇਆ। ਤੁਸੀਂ ਨਾ ਟੈਕਨੀਕਲੀ ਇਸ ਚੀਜ਼ ਨੂੰ ਸਮਝਾਓ, ਕਿਉਂਕਿ ਤੁਸੀਂ ਕਿਹਾ ਕਿ ਇੰਟੀਗ੍ਰੇਟਿਡ ਜਿਹੜਾ ਸਿਸਟਮ ਹੈਗਾ ਟ੍ਰੈਫਿਕ ਸਿਸਟਮ, ਉਹ ਇੱਕ ਵਧੀਆ ਸਿਸਟਮ ਹੈ ਜਿਸ ਨਾਲ ਟ੍ਰੈਫਿਕ ਜਿਹੜਾ ਹੈ ਉਹ ਸੁਚਾਰੂ ਹੋ ਸਕਦਾ ਹੈ। ਕਿਉਂਕਿ ਇਹਦੇ 'ਚ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਸਾਰੇ ਸ਼ਹਿਰ 'ਚ ਹੀ ਕਰਨਾ ਪੈਣਾ। ਹਮੇਸ਼ਾ ਟ੍ਰੈਫਿਕ ਜਿਹੜਾ ਕੁਝ ਇਲਾਕਿਆਂ 'ਚ ਹੀ ਜਾਮ ਹੁੰਦਾ ਹੈ, ਕਿਸੇ ਵੀ ਸ਼ਹਿਰ 'ਚ ਤੁਸੀਂ ਮੇਜਰ ਜੰਕਸ਼ਨਸ ਹੋ ਗਏ, ਹਾਂ ਮੇਜਰ ਜੰਕਸ਼ਨਸ ਜਿਹੜੇ ਹੈਗੇ ਆ, ਜਿੱਦਾਂ ਲੁਧਿਆਣੇ ਵਿੱਚ ਤੁਸੀਂ ਜਗਰਾਉਂ ਪੁਲ ਤੋਂ ਪਹਿਲਾਂ ਜਗਰਾਉਂ ਪੁਲ ਰੋਡ ਵੱਲੋਂ ਚਲੇ ਗਏ ਸੀ, ਠੀਕ ਹੈ ਜੀ, ਉਹ ਕਿਉਂਕਿ ਦੂਰ ਹੋਈ, ਕਿਉਂਕਿ ਉਹ ਪੁਲ ਡਬਲ ਕਰ ਦਿੱਤਾ ਤੇ ਉੱਥੇ ਥੋੜੀ ਸਮੱਸਿਆ ਦੂਰ ਹੋ ਗਈ। ਲੇਕਿਨ ਉਸ ਤੋਂ ਅੱਗੇ ਹੀ ਇੱਕ ਹੋਰ ਲਾਈਟਿੰਗ ਪੁਆਇੰਟ ਹੈਗਾ, ਉੱਥੇ ਟ੍ਰੈਫਿਕ ਦੀ ਸਮੱਸਿਆ, ਉਸ ਤੋਂ ਅੱਗੇ ਜਾ ਕੇ ਜਿਹੜਾ ਭਾਰਤ ਨਗਰ ਚੌਕ ਹੈ ਉੱਥੇ ਜਾ ਕੇ ਇਹ ਸਮੱਸਿਆ ਆਉਂਦੀ ਹੈ। ਲੇਕਿਨ ਇਸੇ ਤਰ੍ਹਾਂ ਹੀ ਜਲੰਧਰ ਦੇ ਵਿੱਚ ਅੱਜ ਕੱਲ੍ਹ ਮੈਂ ਜੋ ਦੇਖਣ ਨੂੰ ਮਿਲਿਆ ਹੈ, ਕਿਉਂਕਿ ਅੰਮ੍ਰਿਤਸਰ ਦੀ ਤਾਂ ਤੁਸੀਂ ਇੱਕ ਵੱਡੀ ਘਟਨਾ ਕੱਲ੍ਹ ਦੱਸ ਰਹੇ ਹੋ ਕਿ ਜਿਹੜਾ ਕੋਈ ਬੰਦਾ ਪੁਤਲੀ ਘਰ ਚੌਂਕ ਦੇ ਵਿੱਚ ਜਾਂ ਪੁਤਲੀ ਘਰ ਏਰੀਏ ਦੇ ਵਿੱਚ ਇੰਨੀ ਦੇਰ ਟ੍ਰੈਫਿਕ 'ਚ ਫਸਿਆ ਰਿਹਾ ਕਿ ਉਹਦਾ ਸਬਰ ਹੀ ਟੁੱਟ ਗਿਆ। ਉਹਨੇ ਰਿਵਾਲਵਰ ਕੱਢ ਲਈ, ਤੇ ਰਿਵਾਲਵਰ ਕੱਢਣਾ ਖੈਰ ਇਹਨੂੰ ਕੋਈ ਬਹੁਤ ਵਧੀਆ ਗੱਲ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਪਬਲਿਕ ਪਲੇਸ ਤੇ ਰਿਵਾਲਵਰ ਕੱਢ ਲਓ, ਲੇਕਿਨ ਉਹ ਕਿੰਨਾ ਇਰੀਟੇਟ ਹੋ ਗਿਆ ਹੋਊਗਾ। ਤੇ ਆਖਿਰ ਐਸੀ ਇੰਟੀਗ੍ਰੇਟਿਡ ਜਿਹੜੀ ਤੁਸੀਂ ਕਹਿ ਰਹੇ ਹੋ ਸਿਸਟਮ ਜਿਹੜਾ, ਉਹ ਕੀ ਹੈ, ਉਹਨੂੰ ਟੈਕਨੀਕਲੀ ਤੌਰ ਤੇ ਦੱਸੋ। ਆਓ ਟੈਕਨੀਕਲੀ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ, ਮੈਂ ਇੱਕ ਚਾਰ ਚੀਜ਼ ਕਰਕੇ ਆਪਾਂ ਲੋਕਾਂ ਨੂੰ, ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ, ਕਿਉਂਕਿ ਗੱਲ ਹੈਦਰਾਬਾਦ ਦੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਕਰਦੇ ਹਾਂ। ਇੱਕ ਉਦਾਹਰਨ ਦੇ ਤੌਰ ਤੇ ਆਪਾਂ ਹੈਦਰਾਬਾਦ ਦੀ ਗੱਲ ਕਰ ਰਹੇ ਹਾਂ। ਹੈਦਰਾਬਾਦ ਵਰਗਾ ਸਿਸਟਮ, ਹੈਦਰਾਬਾਦ ਵਰਗਾ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੋਰਾਂ ਸ਼ਹਿਰਾਂ ਦੇ ਵਿੱਚ ਵੀ ਹੈ, ਪਰ ਕਿਉਂਕਿ ਹੈਦਰਾਬਾਦ ਦੇ ਵਿੱਚ ਸਭ ਤੋਂ ਪਹਿਲਾਂ 2012 ਦੇ ਵਿੱਚ ਉਹਨਾਂ ਨੇ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਿਆਂਦਾ ਸੀਗਾ, ਇਸ ਕਰਕੇ ਆਪਾਂ ਹੈਦਰਾਬਾਦ ਦੀ ਗੱਲ ਕਰਾਂਗੇ। ਹੈਦਰਾਬਾਦ ਦੇ ਵਿੱਚ 80 ਲੱਖ ਦੇ ਕਰੀਬ ਵਹੀਕਲਸ ਰਜਿਸਟਰਡ ਨੇ, ਮੋਟਰਸਾਈਕਲ ਗੱਡੀਆਂ ਰਜਿਸਟਰਡ ਨੇ, ਔਰ ਰੋਜ਼ਾਨਾ ਉੱਥੇ ਸੜਕਾਂ ਤੇ 25 ਤੋਂ 30 ਲੱਖ ਗੱਡੀਆਂ ਦੌੜਦੀਆਂ ਨੇ। ਹੁਣ ਉੱਥੇ ਤੁਸੀਂ ਦੱਸੋ ਕਿ ਬਿਨਾਂ ਟੈਕਨੋਲੋਜੀ ਤੋਂ ਟ੍ਰੈਫਿਕ ਮੈਨੇਜ ਹੋ ਸਕਦਾ ਹੈ? ਬਹੁਤ ਵੱਡੀ ਗਿਣਤੀ ਦੇ ਵਿੱਚ ਟ੍ਰੈਫਿਕ ਹੈ। ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੁੰਦਾ ਹੈ ITMS। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਇੱਕ ਕੰਟਰੋਲ ਰੂਮ ਤੇ ਬਹਿ ਕੇ ਸਾਰੇ ਟ੍ਰੈਫਿਕ ਨੂੰ ਮੈਨੇਜ ਕਰਨਾ, ਜਿਹੜੇ ਸਿਗਨਲਸ ਲੱਗੇ ਨੇ ਉਹਨਾਂ ਨੂੰ ਮੈਨੇਜ ਕਰਨਾ, ਜੇ ਕੋਈ ਵਾਇਲੇਸ਼ਨ ਕਰ ਰਿਹਾ ਹੈ ਉਹਦਾ ਚਲਾਨ ਕੱਟਣਾ, ਕੋਈ ਮੈਸੇਜ ਪਹੁੰਚਾਉਣਾ, ਉਹ ਸਾਰਾ, ਔਰ CCTV ਦੇ ਜ਼ਰੀਏ ਸਾਰੀ ਨਜ਼ਰ ਬਣਾਏ ਰੱਖਣਾ, ਉਹ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਹਿੱਸਾ ਹੁੰਦਾ ਹੈ ITMS ਦੇ ਅੰਦਰ ਮੰਨ ਲਓ ITMS ਇੱਕ ਕੰਟਰੋਲ ਰੂਮ ਬਣ ਗਿਆ, ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ। ਉਹਦੇ ਅੰਦਰ ਤੁਸੀਂ ANPR ਲਾਓਗੇ। ANPR ਮਤਲਬ ਆਟੋਮੈਟਿਕ ਨੰਬਰ ਪਲੇਟ ਰੈਕਗਨਾਈਜੇਸ਼ਨ। ਸਿਗਨਲਸ ਉੱਤੇ ਕੈਮਰਾ ਲੱਗ ਜਾਂਦੇ ਨੇ, ਜੇ ਕੋਈ ਵਾਇਲੇਸ਼ਨ ਕਰ ਰਿਹਾ ਹੈ, ਰੈੱਡ ਲਾਈਟ ਟੱਪੀ, ਹੈਲਮਟ ਨਹੀਂ ਪਾਇਆ, ਟ੍ਰਿਪਲਿੰਗ ਕੀਤੀ, ਜਿਹੜਾ ਟ੍ਰੈਫਿਕ ਸਿਗਨਲ ਤੇ ਕੈਮਰਾ ਲੱਗਿਆ ਉਹਨੇ ਆਟੋਮੈਟਿਕਲੀ, ਕਿਸੇ ਬੰਦੇ ਨੂੰ ਜਵਾਨ ਦੀ ਲੋੜ ਨਹੀਂ, ਆਟੋਮੈਟਿਕਲੀ ਤੁਸੀਂ ਉੱਤੇ ਦਾ ਟ੍ਰੈਫਿਕ ਮੈਨੇਜਮੈਂਟ ਸਿਸਟਮ ਮੈਂ ਤੁਹਾਨੂੰ ਦੱਸ ਰਿਹਾ, ਉਹਨੇ ਆਟੋਮੈਟਿਕਲੀ ਨੰਬਰ ਪਲੇਟ ਕੈਪਚਰ ਕਰਨੀ ਹੈ। ਉਹ ਨੰਬਰ ਪਲੇਟ ਕੈਪਚਰ ਹੋਣ ਤੋਂ ਬਾਅਦ ਸੌਫਟਵੇਅਰ ਉਹ ਕੰਟਰੋਲ ਰੂਮ 'ਚ ਲੱਗਿਆ, ਉਹਦਾ ਨੰਬਰ, ਉਸ ਵਹੀਕਲ ਦਾ ਨੰਬਰ ਆ ਜਾਏਗਾ ਔਰ ਉਹਦੀ ਵੀਡੀਓ ਆਏਗੀ ਬਕਾਇਦਾ। ਮੰਨ ਲਓ ਮੈਂ ਉੱਥੇ ANPR ਦੀ ਮੈਂ ਹਜੇ ਗੱਲ ਕਰ ਰਿਹਾ, ਪਹਿਲੀ ਇੱਕ ਟੈਕਨੋਲੋਜੀ ਦੀ ਗੱਲ ਕਰ ਰਿਹਾ ਕਿ ਚਲਾਨ ਕਿਵੇਂ ਹੁੰਦੇ ਨੇ। ਚਲਾਨਿੰਗ ਸਿਸਟਮ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ। ਔਰ ਹੈਦਰਾਬਾਦ ਵਰਗੇ ਸ਼ਹਿਰ ਦੇ ਵਿੱਚ ਚਲਾਨਿੰਗ ਕੈਸ਼ਲੈਸ ਚਲਾਨ ਨੇ। ਜਿਹੜਾ ਟ੍ਰੈਫਿਕ ਮੁਲਾਜ਼ਮ ਖੜਾ ਉਹਨੇ ਕੈਸ਼ ਨਹੀਂ ਲੈਣਾ, ਬੈਂਕ ਅਕਾਊਂਟ ਦੇ ਵਿੱਚ ਤੁਹਾਡੇ ਤੁਸੀਂ ਸਿੱਧਾ ਜਿਹੜਾ ਹੈ ਉਹ ਟ੍ਰਾਂਸਫਰ ਕਰਨਾ ਹੈ ਚਲਾਨ ਆਪਣਾ। ਜੇ ਤੁਹਾਡਾ ਚਲਾਨ ਹੋਇਆ, ਆਪਣਾ ਫਾਈਨ ਤੁਸੀਂ ਸਿੱਧਾ ਬੈਂਕ ਅਕਾਊਂਟ ਦੇ ਵਿੱਚ ਸਬਮਿਟ ਕਰਨਾ। ਤਾਂ ਚਲਾਨ ਹੁੰਦਾ ਕਿਵੇਂ ਹੈ? ANPR ਦੀ ਮੈਂ ਗੱਲ ਕਰ ਰਿਹਾ, ਫਿਰ ਮੈਂ ਇੱਕ ਵਾਰੀ ਦੱਸ ਦਿੰਦਾ। ਆਟੋਮੈਟਿਕ ਨੰਬਰ ਪਲੇਟ ਰੈਕਗਨਾਈਜੇਸ਼ਨ। ਉਹ ਕੈਮਰੇ ਨੇ, ਜੇ ਮੈਂ ਮੰਨ ਲਓ ਰੈੱਡ ਲਾਈਟ ਕ੍ਰੋਸ ਕੀਤੀ, ਮੈਂ ਵਾਇਲੇਸ਼ਨ ਕਰਤੀ, ਉਹ ਕੈਮਰੇ ਨੇ ਮੇਰੇ ਵਹੀਕਲ ਦੀ ਨੰਬਰ ਪਲੇਟ ਆਪੇ ਰੈਕਗਨਾਈਜ਼ ਕਰਨੀ ਹੈ। ਸਮਾਰਟ ਕੈਮਰਾ ਕਰਕੇ, ਹਾਂਜੀ, ਉਹਨੇ ਉਹ ਨੰਬਰ ਪਲੇਟ ਜਿਹੜੀ ਹੈ ਉਹ ਸੌਫਟਵੇਅਰ ਦੇ ਰਾਹੀਂ ਕੰਟਰੋਲ ਰੂਮ 'ਚ ਵਿੱਚ ਫੋਟੋ ਭੇਜ ਦੇਣੀ, ਨਾਲ ਉਹਦੀ ਵੀਡੀਓ ਬਣਾ ਦੇਣੀ। ਉੱਥੇ ਬੈਠੇ ਮੁਲਾਜ਼ਮ ਨੇ ਦੇਖਣਾ ਕਿ ਕਿਹੜੇ ਜੰਕਸ਼ਨ ਤੇ ਵਾਇਲੇਸ਼ਨ ਹੋਈ, ਰੈੱਡ ਲਾਈਟ ਦੀ ਵਾਇਲੇਸ਼ਨ ਕਿੱਥੇ ਹੋਈ। ਉਹ ਵਾਇਲੇਸ਼ਨ ਜਦੋਂ ਕਲਿੱਕ ਕਰੂਗਾ, ਵਾਇਲੇਸ਼ਨ ਸਾਰਾ ਉਹਦੇ ਕੋਲ ਆ ਜਾਏਗਾ, ਮੇਰੀ ਵੀਡੀਓ ਵੀ ਉਹਦੇ ਕੋਲ ਚਲੀ ਜਾਏਗੀ। ਉਹਨਾਂ ਨੇ ਦੇਖਣਾ ਕਿ ਹਾਂ ਵੀ ਇਸ ਬੰਦੇ ਨੇ ਰੈੱਡ ਲਾਈਟ ਦਾ ਕ੍ਰਾਸ ਕੀਤੀ ਹੈ, ਉਹਦੇ ਦਾ ਨੰਬਰ ਇਹ ਹੈ। ਨੰਬਰ ਖੋਲ੍ਹਿਆ, ਮੇਰਾ ਨਾਮ ਆ ਗਿਆ, ਸਿੱਧਾ ਮੇਰੇ ਨਾਮ ਦਾ ਚਲਾਨ ਜਿਹੜਾ ਉਹ ਆਨਲਾਈਨ ਮੇਰੇ ਮੋਬਾਈਲ ਨੰਬਰ ਤੇ ਉਹਦਾ ਆ ਜਾਏਗਾ, ਮੈਸੇਜ ਆ ਜਾਏਗਾ ਕਿ ਮੈਂ ਰੈੱਡ ਲਾਈਟ ਕ੍ਰਾਸ ਕੀਤੀ ਸੀ, ਮੈਂ ਚਲਾਨ ਮੇਰਾ ਕੱਟਿਆ ਗਿਆ, ਇਹ ਮੇਰਾ ਚਲਾਨ ਨੰਬਰ ਹੈ। ਮੈਂ ਉੱਥੇ ਜਾ ਕੇ ਸਬੂਤ ਵੀ ਦੇਖ ਸਕਦਾ, ਉੱਥੇ ਜਾ ਕੇ, ਮਤਲਬ ਉਹ ਵੈਬਸਾਈਟ 'ਤੇ ਜਾ ਕੇ। ਮੈਨੂੰ ਕਿਸੇ ਦਫ਼ਤਰ 'ਚ ਜਾਣ ਦੀ ਲੋੜ ਨਹੀਂ, ਮੈਨੂੰ ਕਿਸੇ ਕਚਹਿਰੀ 'ਚ ਮਤਲਬ ਇੱਦਾਂ ਲੋੜ ਨਹੀਂ ਹੈ। ਮੈਂ ਉੱਥੇ ਹੀ ਸਬੂਤ ਦੇਖ ਸਕਦਾ ਕਿ ਹਾਂ ਵੀ ਇਹਨਾਂ ਦੇ ਕੋਲ ਸਬੂਤ ਹੈ, ਮੈਂ ਟ੍ਰੈਫਿਕ ਲਾਈਟ ਕ੍ਰਾਸ ਕੀਤੀ ਸੀਗੀ ਤੇ ਵਾਇਲੇਸ਼ਨ ਕੀਤੀ ਹੈ, ਮੇਰਾ ਚਲਾਨ ਬਣ ਕੇ ਆ ਗਿਆ, ਮੈਂ ਆਨਲਾਈਨ ਹੀ ਉਹ ਚਲਾਨ ਭਰ ਦੇਣਾ। ਇੱਕ ਤਾਂ ਚਲਾਨਿੰਗ ਸਿਸਟਮ ਹੋ ਗਿਆ।
ਦੂਜਾ ਜਿਹੜਾ ਟ੍ਰੈਫਿਕ ਮੈਨੇਜ ਹੋਣਾ ਹੈ, ਉਹ ਹੁਣ ਇਸ ਵੇਲੇ ਹੈਗੇ ਨੇ ATCS ਸਿਗਨਲ ਅੱਜ ਕੱਲ੍ਹ ਜਿਹੜੇ ਇੰਡੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਲੱਗੇ ਹੋਏ ਨੇ, ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ। ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਦਾ ਮਤਲਬ ਇਹ ਹੈ ਕਿ ਅਡੈਪਟਿਵ ਮਤਲਬ ਇੱਕ ਸਿਗਨਲ ਦੂਜਾ ਸਿਗਨਲ ਆਪਸ 'ਚ ਇੰਟਰਕਨੈਕਟਿਡ ਨੇ। ਉਹ ਵਾਲੇ ਸਿਗਨਲ ਨੂੰ ਦੱਸ ਰਿਹਾ ਕਿ ਮੇਰੇ ਤੋਂ ਇੰਨਾ ਟ੍ਰੈਫਿਕ ਦਾ ਲੋਡ ਗਿਆ ਹੀ, ਹੁਣ ਤੇਰੇ ਵੱਲ ਇੰਨਾ ਆ ਰਿਹਾ, ਤੂੰ ਇੰਨਾ ਡਿਊਰੇਸ਼ਨ ਦੇ। ATC ਸਿਗਨਲਸ ਇਹਨੂੰ ਕਹਿੰਦੇ ਨੇ, ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ। ਇਹਦੇ ਨਾਲ ਕੀ ਹੁੰਦਾ ਹੈ, ਇਹ ਟ੍ਰੈਫਿਕ ਕੰਟਰੋਲ ਜਿਹੜਾ ਹੈ ਇਹ ਆਟੋਮੈਟਿਕਲੀ, ਮਤਲਬ ਮੰਨ ਲਓ ਤੁਸੀਂ ਉਦਾਹਰਨ ਲੈ ਲਓ, ਤੁਸੀਂ ਲੁਧਿਆਣੇ ਦੀ ਲੈ ਲਓ ਜਾਂ ਜਲੰਧਰ ਦੀ ਆਪਾਂ ਉਦਾਹਰਨ ਲੈ ਲੈਂਦੇ, ਜਲੰਧਰ ਦਾ ਫੁੱਟਬਾਲ ਚੌਂਕ ਅਸੀਂ ਮੰਨ ਲੈਂਦੇ ਹਾਂ। ਫੁੱਟਬਾਲ ਚੌਂਕ ਤੇ ਮੰਨ ਲਓ ਤੁਸੀਂ ATC ਸਿਗਨਲਸ ਲਗਾਤੇ, ਅਡੈਪਟਿਵ ਟ੍ਰੈਫਿਕ ਕੰਟਰੋਲ ਸਿਗਨਲਸ ਲਗਾਤੇ ਚਾਰੋਂ ਪਾਸੇ। ਉਹਨੇ ਦੇਖਣਾ ਕਿ ਸ਼ਾਮ ਵੇਲੇ ਰਸ਼ ਜ਼ਿਆਦਾ, ਸੈਂਸਰ ਲੱਗੇ ਨੇ ਸਿਗਨਲਸ ਤੇ, ਉਹਨੇ ਸੈਂਸ ਕਰਨਾ ਰਸ਼ ਜ਼ਿਆਦਾ, ਉਹਨੇ ਗ੍ਰੀਨ ਲਾਈਟ ਦੀ ਡਿਊਰੇਸ਼ਨ ਵਧਾ ਦੇਣੀ ਹੈ। ਓਕੇ, ਇੱਕ ਪਾਸੇ ਦੀ ਡਿਊਰੇਸ਼ਨ ਵਧਾ ਦੇਣੀ ਹੈ। ਉਸੇ ਸਿਗਨਲਸ ਨੇ ਦੇਖਣਾ ਕਿ ਇਸ ਪਾਸਿਓਂ ਜਿਹੜੀ ਸਿਗਨਲ ਰਸ਼ ਘੱਟ ਹੈ ਉਹਦੀ ਡਿਊਰੇਸ਼ਨ ਘਟਾ ਦੇਣੀ ਹੈ। ਜੇ ਬਾਈ ਚਾਂਸ ਇੱਧਰ ਡਿਊਰੇਸ਼ਨ ਸਿਗਨਲ ਰਸ਼ ਜ਼ਿਆਦਾ ਹੋ ਰਿਹਾ, ਇਹਨੇ ਇੱਧਰਲੇ ਪਾਸੇ ਦੀ ਡਿਊਰੇਸ਼ਨ ਵਧਾ ਦੇਣੀ ਹੈ, ਉਧਰ ਘਟਾ ਦੇਣੀ ਹੈ। ਫਿਰ ਜੇ ਮੰਨ ਲਓ ਕਿ 60 ਸੈਕਿੰਡ ਦਾ ਸਿਗਨਲ ਇਸ ਪਾਸੇ ਦਿੱਤਾ ਹੋਇਆ ਪਰ ਇੱਧਰ 40 ਸੈਕਿੰਡ ਦੇ ਵਿੱਚ ਹੀ ਸਿਗਨਲ ਕਲੀਅਰ ਹੋ ਗਿਆ, ਪਰ ਉਹ ਜਿਹੜੇ 20 ਸੈਕਿੰਡ ਬਚ ਗਏ ਨੇ ਉਸੇ ਵੇਲੇ ਉਹ ਸਿਗਨਲ ਨੇ ਰੈੱਡ ਹੋ ਜਾਣਾ, ਉਹਦੇ 20 ਸੈਕਿੰਡ ਜਿਹੜੇ ਨੇ ਅਗਲੇ ਸਿਗਨਲ ਤੇ ਟ੍ਰਾਂਸਫਰ ਹੋ ਜਾਣੇ, ਮਿਲ ਜਾਣੇ ਆ। ਇਹਨੂੰ ਕਹਿੰਦੇ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ, ਕਿ ਅਡੈਪਟਿਵ ਹੈ, ਉਹ ਅਡੈਪਟ ਕਰ ਰਿਹਾ ਜੋ ਲਾਈਵ ਰਸ਼ ਹੈ, ਟ੍ਰੈਫਿਕ ਦੀ ਜਿੰਨਾ ਲੋਡ ਹੈ ਸੜਕਾਂ ਤੇ, ਉਹਨੂੰ ਅਡੈਪਟ ਕਰ ਰਿਹਾ। ਅਡੈਪਟ ਕਰਨ ਤੋਂ ਬਾਅਦ ਜਿਹੜੇ ਸਿਗਨਲਸ ਨੇ ਉਸ ਤਰ੍ਹਾਂ ਕੰਮ ਕਰ ਰਹੇ ਨੇ। ਔਰ ਇਹੀ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਪੰਜਾਬ ਦੇ ਹਰ ਵੱਡੇ ਸ਼ਹਿਰ ਦੇ ਵਿੱਚ, ਉਹਦੇ ਹਰ ਵੱਡੇ ਜੰਕਸ਼ਨ ਤੇ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਗਨਲਸ ਚਾਹੀਦੇ ਨੇ। ਇਹਦੇ ਨਾਲ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਹੈ ਉਹ ਟ੍ਰੈਫਿਕ ਦੀ ਹੱਲ ਹੋ ਜਾਂਦੀ ਹੈ। ਮੰਨ ਲਓ ਤੁਸੀਂ, ਮੈਂ ਫੁੱਟਬਾਲ ਚੌਂਕ ਦੀ ਗੱਲ ਕਰ ਰਿਹਾ, ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ 'ਚ ਇਹ ਵੀ ਹੁੰਦਾ ਹੈ ਕਿ ਫੁੱਟਬਾਲ ਚੌਂਕ ਤੇ ਮੈਨੂੰ ਗ੍ਰੀਨ ਲਾਈਟ ਮਿਲ ਗਈ, ਮੈਂ ਨਕੋਦਰ ਚੌਂਕ ਜਾ ਰਿਹਾ, ਮੈਨੂੰ ਉੱਥੇ ਵੀ ਗ੍ਰੀਨ ਲਾਈਟ ਮਿਲੇਗੀ। ਸਿਸਟਮ ਇੱਦਾਂ ਦਾ ਬਣਾਇਆ ਉਹਨਾਂ ਨੇ। ਮੈਂ ਅੱਗੇ ਗੁਰੂ ਨਾਨਕ ਮਿਸ਼ਨ ਚੌਂਕ ਜਾ ਰਿਹਾ, ਨਕੋਦਰ ਚੌਂਕ ਤੋਂ ਟੱਪ ਕੇ ਮੈਨੂੰ ਉੱਥੇ ਵੀ ਗ੍ਰੀਨ ਲਾਈਟ ਮਿਲੇਗੀ। ਅੱਗੇ BMC ਚੌਂਕ ਆਇਆ, ਉੱਥੇ ਵੀ ਗ੍ਰੀਨ ਲਾਈਟ ਮਿਲੇਗੀ। ਇਸੇ ਤਰ੍ਹਾਂ ਜੇ ਮੈਂ ਜਗਰਾਓਂ ਲੁਧਿਆਣੇ ਦੀ ਗੱਲ ਕਰਾਂਗਾ, ਤੇ ਜੇ ਮੈਂ ਲੁਧਿਆਣੇ ਤੋਂ ਜਗਰਾਓਂ ਪੁਲ ਤੋਂ ਸੱਜੇ ਹੱਥ ਮੁੜ ਜਾਂਦਾ, ਤੇ ਮੈਨੂੰ ਜਿਹੜਾ ਪਹਿਲਾ ਮਾਤਾ ਰਾਣੀ ਚੌਂਕ ਸ਼ਾਇਦ ਉਹਨੂੰ ਕਹਿ ਦਿੰਦੇ ਨੇ, ਉੱਥੇ ਵੀ ਜੇ ਮੈਨੂੰ ਉੱਥੇ ਗ੍ਰੀਨ ਲਾਈਟ ਮਿਲ ਗਈ ਤਾਂ ਮੈਨੂੰ ਅੱਗੇ ਜਿਹੜਾ ਭਾਰਤ ਨਗਰ ਚੌਂਕ ਆਏਗਾ ਉੱਥੇ ਵੀ ਗ੍ਰੀਨ ਲਾਈਟ ਮਿਲੇਗੀ। ਉਸ ਤੋਂ ਬਾਅਦ ਅੱਗੇ ਪਾਰਕ ਪਲਾਜ਼ਾ ਦਾ, ਜਿਹੜਾ ਪਾਰਕ ਪਲਾਜ਼ਾ ਤੋਂ ਪਹਿਲੇ ਜਿਹੜੇ 2-3 ਟ੍ਰੈਫਿਕ ਲਾਈਟਸ ਆਉਂਦੀਆਂ ਨੇ, ਉੱਥੇ ਵੀ ਮੈਨੂੰ ਗ੍ਰੀਨ ਲਾਈਟ ਮਿਲੇਗੀ। ਤਾਂ ਇਸ ਤਰ੍ਹਾਂ ਦਾ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਜਿਹੜਾ ਹੈ ਉਹ ਸਿਗਨਲਸ ਕੰਮ ਕਰਦੇ ਨੇ। ਔਰ ਇਸੇ ਤਰ੍ਹਾਂ ਦਾ ਅਡੈਪਟਿਵ ਟ੍ਰੈਫਿਕ ਕੰਟਰੋਲ ਜਿਹੜਾ ਹੈ ਉਹ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਖਾਸ ਤੌਰ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਤਾਂ ਜਿਵੇਂ ਜਿਵੇਂ ਟ੍ਰੈਫਿਕ ਦਾ ਲੋਡ ਵੱਧ ਰਿਹਾ ਪੰਜਾਬ ਦੇ, ਉਹਨਾਂ ਦੇ ਵਿੱਚ ਤਾਂ ਚਾਹੀਦਾ ਹੀ ਹੈ। ਤੁਸੀਂ ਆਪ ਸਮਝੋ, ਜੇ ਤੁਸੀਂ ਇੱਕ ਜਗ੍ਹਾ ਤੋਂ ਟਰੈਵਲ ਕਰ ਰਹੇ ਹੋ, ਜੇ ਤੁਹਾਨੂੰ ਇੱਕ ਸਿਗਨਲ ਮਿਲਿਆ, ਅਗਲਾ ਵੀ ਗ੍ਰੀਨ ਮਿਲ ਰਿਹਾ, ਅਗਲਾ ਵੀ ਗ੍ਰੀਨ ਮਿਲ ਰਿਹਾ, ਤਾਂ ਤੁਹਾਡਾ ਟਾਈਮ ਕਿੰਨਾ ਬਚਦਾ। ਔਰ ਜਿਹੜੇ ਟ੍ਰੈਫਿਕ ਕੰਟਰੋਲ ਸਿਸਟਮ ਨੇ, ਜ਼ਰੂਰੀ ਨਹੀਂ ਹੈ ਜੇ ਸ਼ਾਮ ਦਾ, ਇੱਥੇ ਕੀ ਹੁੰਦਾ ਕਿ ਹੁਣ ਮੈਨੂਅਲੀ ਸੈੱਟ ਕਰਨੀ ਪੈਂਦੀਆਂ ਨੇ। ਜੇ ਇਹਨਾਂ ਨੇ ਇੱਕ ਵਾਰੀ ਟਾਈਮਰ ਸੈੱਟ ਕਰਤਾ ਕਿ 1 ਮਿੰਟ ਤੱਕ ਰੈੱਡ ਲਾਈਟ ਰਹੇਗੀ, ਉਹ 1 ਮਿੰਟ ਤੱਕ ਚੱਲਦੀ ਰਹਿਣੀ ਹੈ। ਅਡੈਪਟਿਵ ਟ੍ਰੈਫਿਕ ਕੰਟਰੋਲ 'ਚ ਕੀ ਹੋਏਗਾ ਕਿ ਸ਼ਾਮ ਨੂੰ ਜੇ ਉਹਨੇ 1 ਮਿੰਟ ਰੈੱਡ ਲਾਈਟ ਰੱਖਣੀ ਹੈ, ਹੋ ਸਕਦਾ ਕਿ ਰਾਤ ਨੂੰ ਉਹਨੂੰ 1 ਮਿੰਟ ਨਹੀਂ ਚਾਹੀਦਾ, ਉਹਨੇ ਘਟਾ ਕੇ 30 ਸੈਕਿੰਡ ਰੈੱਡ ਲਾਈਟ ਕਰ ਦੇਣੀ। ਮਤਲਬ ਜਿਹੜਾ ਰਾਤ ਨੂੰ ਬੰਦਾ ਕੋਈ ਟਰੈਵਲ ਕਰ ਰਿਹਾ, ਉਹਨੂੰ 1 ਮਿੰਟ ਰੁਕਣ ਦੀ ਉੱਥੇ ਲੋੜ ਨਹੀਂ ਹੈ, ਉਹਨੇ 30 ਸੈਕਿੰਡ ਦੇ ਵਿੱਚ ਹੀ ਰੈੱਡ ਲਾਈਟ ਜਿਹੜੀ ਉਹ ਪਾਰ ਕਰ ਲੈਣੀ ਹੈ। ਔਰ ਇਸੇ ਤਰ੍ਹਾਂ ਜੇ ਇੱਕ ਸਿਗਨਲ ਤੇ ਕੰਜੈਸ਼ਨ ਨਹੀਂ ਹੋਏਗੀ, ਜੇ ਇੱਕ ਸਿਗਨਲ ਸਮੂਥਲੀ ਰਨ ਕਰੇਗਾ, ਅਗਲੇ ਸਿਗਨਲ ਵੀ ਸਾਰੇ ਸਮੂਥਲੀ ਰਨ ਕਰਨਗੇ। ਤੇ ਇਹ ਤਾਂ ਇੱਕ ATC ਸਿਗਨਲਸ ਦੀ ਜੇ ਮੈਂ ਗੱਲ ਕਰਾਂ ਕਿ ਟ੍ਰੈਫਿਕ ਲਾਈਟਸ ਕਿਸ ਤਰ੍ਹਾਂ ਦੀ ਹੋਣੀਆਂ ਨੇ, ਤਾਂ ਉਹ ਟ੍ਰੈਫਿਕ ਲਾਈਟਸ ATC ਸਿਗਨਲਸ ਇਸ ਵੇਲੇ ਜਿਹੜੀ ਐਡਵਾਂਸ ਟੈਕਨੋਲੋਜੀ ਹੈ ਉਹੀ ਹੈ। ਅਡੈਪਟਿਵ ਟ੍ਰੈਫਿਕ ਕੰਟਰੋਲ ਸਿਗਨਲਸ ਹੋਣੇ ਚਾਹੀਦੇ ਨੇ, ਜਿਹੜੇ ਸਿਗਨਲ ਆਪ ਸਮਾਰਟਲੀ ਕੰਮ ਕਰਨ, ਟ੍ਰੈਫਿਕ ਦੀ ਕੰਜੈਸ਼ਨ ਦੇਖਣ, ਟ੍ਰੈਫਿਕ ਦਾ ਲੋਡ ਦੇਖਣ, ਔਰ ਉਸੇ ਹਿਸਾਬ ਦੇ ਨਾਲ ਉਹ ਟਾਈਮਿੰਗ ਸੈੱਟ ਕਰਨ ਕਿ ਕਿੰਨੀ ਦੇਰ ਕਿਸ ਰੋਡ ਨੂੰ ਗ੍ਰੀਨ ਲਾਈਟ ਦੇਣੀ ਹੈ, ਕਿੰਨੀ ਦੇਰ ਕਿਸ ਰੋਡ ਨੂੰ ਰੈੱਡ ਲਾਈਟ ਦੇਣੀ ਹੈ। ਇਹ ਇੱਕ ਉਦਾਹਰਨ ਮੈਂ ਦੱਸ ਸਕਦਾ ਤੁਹਾਨੂੰ। ਤੁਸੀਂ ਉਦਾਹਰਨ ਦਿੱਤੀ ਹੈ ਹੈਦਰਾਬਾਦ ਦੀ। ਪੰਜਾਬ ਦੇ ਵਿੱਚ ਥੋੜ੍ਹੀ ਜਿਹੀ ਨੇਚਰ ਦਾ ਫਰਕ ਹੈ, ਮਤਲਬ ਮੈਨੂੰ ਲੱਗਦਾ ਇਹ, ਕਿਉਂਕਿ ਮੈਂ ਪੰਜਾਬ 'ਚ ਹੀ ਜੰਮਿਆ ਅਤੇ ਪਲਿਆ ਵਾਂ, ਅਤੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਲੋਕ ਥੋੜ੍ਹਾ ਇਸ ਚੀਜ਼ ਨੂੰ ਮੰਨਣ ਲਈ ਨਾ ਮਤਲਬ ਤਿਆਰ ਨਹੀਂ ਹੁੰਦੇ। ਮੈਂ ਦੇਖਿਆ ਜੇ ਉਹਨਾਂ ਨੂੰ ਲੱਗਾ ਕਿ ਯਾਰ ਇਸ ਪਾਸਿਓਂ ਕੋਈ ਗੱਡੀ ਨਹੀਂ ਆ ਰਹੀ, ਭਾਵੇਂ ਉਹ ਗ੍ਰੀਨ ਸਿਗਨਲ ਹੀ ਹੈ ਉਸ ਪਾਸੇ, ਜੇ ਕੋਈ ਗੱਡੀ ਨਹੀਂ ਆ ਰਹੀ ਤਾਂ ਉਹਨਾਂ ਨੇ ਉਹ ਕ੍ਰੋਸ ਕਰ ਲੈਣਾ, ਚਾਹੇ ਉਹਨਾਂ ਵੱਲੋਂ ਰੈੱਡ ਲਾਈਟ ਹੀ ਹੋਵੇ। ਇਹ ਜਦੋਂ ਤੁਸੀਂ ਜਿਸ ਸਿਸਟਮ ਦੀ ਗੱਲ ਕਰ ਰਹੇ ਹੋ, ਇਸ ਸਿਸਟਮ ਦੇ ਤੁਸੀਂ ਕਿਹਾ ਕਿ ਉਹ ਔਨਲਾਈਨ ਚਲਾਨ ਸਿਸਟਮ ਜਿਹੜਾ ਹੈਗਾ, ਯਾਨੀ ਉਹ ਨੰਬਰ ਪਲੇਟ ਦੇਖ ਕੇ ਚਲਾਨ ਸਿਸਟਮ, ਅਤੇ ਉਹਦੇ 'ਚ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਚਲੇ ਗਿਆ, ਹੁਣ ਉਹਦੀ ਇੱਕ ਤਾਂ ਵਾਇਲੇਸ਼ਨ ਹੋ ਗਈ, ਟ੍ਰੈਫਿਕ ਦੀ ਵਾਇਲੇਸ਼ਨ ਹੋ ਗਈ,
ਇੱਕ ਇਹ ਹੋ ਗਿਆ ਕਿ ਉਹ ਟ੍ਰੈਫਿਕ ਦੀ ਵਾਇਲੇਸ਼ਨ ਕਰ ਦਿੱਤੀ ਉਹਨੇ। ਇੱਕ ਦੂਜੇ ਪਾਸੇ ਇਹ ਕਿ ਇੱਕ ਪਾਸੇ ਜਿਹੜਾ ਜਿਸ ਪਾਸੇ ਟ੍ਰੈਫਿਕ ਆਲਰੇਡੀ ਦਬਾਅ ਬਣਿਆ ਹੋਇਆ ਵਾ, ਉਸ ਪਾਸੇ ਗ੍ਰੀਨ ਲਾਈਟ ਹੈ ਨਹੀਂ, ਰੈੱਡ ਲਾਈਟ ਹੈ। ਜਿਸ ਪਾਸੇ ਖਾਲੀ ਹੈ ਉਸ ਪਾਸੇ ਉਹ ਇੱਕ ਤਾਂ ਉੱਧਰ ਗੱਡੀ ਕੋਈ ਨਹੀਂ ਹੈ, ਗ੍ਰੀਨ ਲਾਈਟ ਜਗ ਰਹੀ ਹੈ, ਤੇ ਲਾਲ ਵਾਲਾ ਪਾਸਾ ਜਿਹੜਾ ਹੈਗਾ ਜਿਹੜਾ ਉਹਦੇ ਉੱਤੋਂ ਬੰਦਾ ਨਿਕਲ ਕੇ ਚਲੇ ਗਿਆ। ਤੇ ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਇਹ ਸਿਸਟਮ ਕਾਮਯਾਬ ਹੋ ਸਕਦਾ? ਜੇ ਤੁਸੀਂ ਹੈਦਰਾਬਾਦ ਦੀ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਇੰਡੀਆ ਦੇ ਵਿੱਚ ਇਹੀ ਨੇਚਰ ਹੈ ਲੋਕਾਂ ਦੀ। ਜ਼ਿਆਦਾਤਰ ਇੰਡੀਆ ਦੇ ਸ਼ਹਿਰਾਂ ਦੇ ਵਿੱਚ ਜਿਹੜੀ ਲੋਕਾਂ ਦੀ ਨੇਚਰ ਹੈ ਉਹ ਇਸ ਤਰ੍ਹਾਂ ਦੀ ਹੈ। ਪੇਸ਼ੈਂਸ ਬਹੁਤ ਘੱਟ ਹੈ, ਨਿਯਮਾਂ ਦੀ ਪਾਲਣਾ ਕਰਵਾਉਣੀ ਲੋਕਾਂ ਤੋਂ ਬਹੁਤ ਔਖੀ ਹੈ, ਚਾਹੇ ਪੰਜਾਬ ਹੋਵੇ ਚਾਹੇ ਹੈਦਰਾਬਾਦ ਹੋਵੇ, ਹਰ ਜਗ੍ਹਾ ਤੇ। ਉਹਦੇ 'ਚ ਮੈਂ ਜੋ ਮਹਿਸੂਸ ਕੀਤਾ ਕਿ ਪ੍ਰਸ਼ਾਸਨ ਨੇ ਸਖਤੀ ਕੀਤੀ। ਮੰਨ ਲਓ ਧੜਾਧੜ ਚਲਾਨ ਕੱਟਣੇ ਸ਼ੁਰੂ ਕਰਤੇ, ਤੁਹਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਵਾਇਲੇਸ਼ਨ ਕੀਤੀ ਰੈੱਡ ਲਾਈਟ ਦੀ, ਤੁਸੀਂ ਹੈਲਮਟ ਨਹੀਂ ਪਾਇਆ, ਤੁਹਾਡਾ ਚਲਾਨ ਹੋ ਗਿਆ, ਤੁਹਾਨੂੰ ਪਤਾ ਹੀ ਨਹੀਂ। ਉਹ ਤਾਂ ਤੁਹਾਨੂੰ ਥੋੜੀ ਦੇਰ ਬਾਅਦ ਪਤਾ ਲੱਗ ਰਿਹਾ ਕਿ ਮੈਨੂੰ ਚਲਾਨ ਪਹੁੰਚ ਗਿਆ। ਨਾ ਤੁਸੀਂ ਉੱਥੇ ਟ੍ਰੈਫਿਕ ਮੁਲਾਜ਼ਮ ਨੂੰ ਪੈਸੇ ਦੇ ਸਕਦੇ ਹੋ, ਨਾ ਟ੍ਰੈਫਿਕ ਮੁਲਾਜ਼ਮ ਨੇ ਉੱਥੇ ਤੁਹਾਡਾ ਮੌਕੇ ਦਾ ਚਲਾਨ ਕੱਟਣਾ। ਤੁਹਾਡਾ ਚਲਾਨ ਤੁਹਾਨੂੰ ਥੋੜੀ ਦੇਰ ਬਾਅਦ SMS ਆ ਰਿਹਾ ਕਿ ਤੁਹਾਡਾ ਚਲਾਨ ਹੋ ਗਿਆ, ਤੁਸੀਂ ਟ੍ਰੈਫਿਕ ਲਾਈਟ ਪਾਰ ਕੀਤੀ ਹੈ, ਤੁਸੀਂ ਹੈਲਮਟ ਨਹੀਂ ਪਾਇਆ। ਜਦੋਂ ਇਸ ਤਰ੍ਹਾਂ ਦੀ ਸਖਤੀ ਵਰਤੀ ਜਾਵੇ, ਹੁਣ ਦੇਖੋ ਪੰਜਾਬ ਦੇ ਵਿੱਚ ਸਖਤੀ ਤਾਂ ਵਰਤਣੀ ਪਏਗੀ। ਜਿਸ ਤਰ੍ਹਾਂ ਦਾ ਟ੍ਰੈਫਿਕ ਲੋਡ ਵੱਧ ਗਿਆ ਇੱਥੇ, ਮੈਂ ਹੈਦਰਾਬਾਦ ਤੇ ਇਹ ਪੰਜਾਬ 'ਚ ਇਹ ਕੰਪੈਰੀਜ਼ਨ ਦੇਖ ਸਕਦਾ ਕਿ ਹੈਦਰਾਬਾਦ ਦੇ ਵਿੱਚ 2 ਵੀਲਰ ਦਾ ਜ਼ਮਾਨਾ ਹਜੇ ਵੀ ਜ਼ਿਆਦਾ, 2 ਵੀਲਰ ਜ਼ਿਆਦਾ ਲੋਕ ਯੂਜ਼ ਕਰਦੇ ਨੇ, ਪਰ ਪੰਜਾਬ ਦੇ ਵਿੱਚ ਉਨੀ ਕਪੈਸਿਟੀ ਨਹੀਂ ਹੋਏਗੀ। ਪੰਜਾਬ ਦੇ ਵਿੱਚ ਗੱਡੀਆਂ ਜ਼ਿਆਦਾ ਹੋਣਗੀਆਂ ਮੈਨੂੰ ਲੱਗਦਾ ਕਿ ਐਵਰੇਜ ਦੇ ਹਿਸਾਬ ਨਾਲ, ਏਰੀਏ ਦੇ ਹਿਸਾਬ ਨਾਲ ਤੁਸੀਂ ਦੇਖੋ। ਜੇ ਲੁਧਿਆਣਾ ਆਪਣੇ ਆਪ ਦੇ ਵਿੱਚ ਏਸ਼ੀਆ ਸਭ ਤੋਂ ਵੱਧ ਆਬਾਦੀ ਦੇ ਹਿਸਾਬ ਨਾਲ, ਏਰੀਆ ਦੇ ਹਿਸਾਬ ਨਾਲ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਗੱਡੀਆਂ ਨੇ। ਤੇ ਜਦੋਂ ਗੱਡੀਆਂ ਜ਼ਿਆਦਾ ਨੇ, ਟ੍ਰੈਫਿਕ ਦਾ ਲੋਡ ਬਹੁਤ ਵੱਧ ਗਿਆ ਤੇ ਮੁਸ਼ਕਲਾਂ ਤਾਂ ਸਾਨੂੰ ਸਾਰਿਆਂ ਨੂੰ ਹੋ ਰਹੀਆਂ। ਅੱਜ ਇਹ ਪ੍ਰੋਗਰਾਮ ਆਪਾਂ ਕਿਉਂ ਕਰ ਰਹੇ ਹਾਂ ਕਿ ਸਾਨੂੰ ਆਪਣੇ ਦਫ਼ਤਰ ਦੇ ਆਉਣ ਤੇ ਹੀ 200 ਮੀਟਰ ਦਾ ਸਫ਼ਰ ਤੈਅ ਕਰਨ ਦੇ ਵਿੱਚ ਹੀ ਸਾਨੂੰ ਅੱਧੇ ਤੋਂ ਪੌਣਾ ਘੰਟਾ ਲੱਗ ਗਿਆ। ਇਸ ਕਰਕੇ ਆਪਾਂ ਚਾਹੁੰਦੇ ਹਾਂ ਕਿ ਸਾਰਿਆਂ ਦਾ ਹੱਲ ਹੋਵੇ, ਹੱਲ ਨਿਕਲਣਾ ਚਾਹੀਦਾ। ਉਹਦੇ ਲਈ ਟੈਕਨੋਲੋਜੀ ਵੀ ਲੈਣੀ ਪਏਗੀ ਔਰ ਉਹਦੇ ਨਾਲ ਸਖਤੀ ਵੀ ਕਰਨੀ ਪਏਗੀ। ਟੈਕਨੋਲੋਜੀ ਦੇ ਨਾਲ ਹੁਣ ਮੈਂ ਹੈਦਰਾਬਾਦ ਦੀ ਆਪਾਂ ਉਦਾਹਰਨ ਇਸ ਕਰਕੇ ਦਿੰਦੇ ਹਾਂ ਕਿ ਟੈਕਨੋਲੋਜੀ ਹੋਰ ਥਾਵਾਂ 'ਤੇ ਵੀ ਲੱਗ ਗਈ ਹੈ। ਟੈਕਨੋਲੋਜੀ ਸ਼ਾਇਦ ਲੁਧਿਆਣੇ ਵੀ ਲੱਗ ਗਈ ਹੈ ਪਰ ਸ਼ਾਇਦ ਕਿਸੇ ਨੂੰ ਪਤਾ ਨਹੀਂ ਹੋਏਗਾ, ਜਲੰਧਰ 'ਚ ਵੀ ਲੱਗ ਰਹੀ ਪਰ ਸ਼ਾਇਦ ਕਿਸੇ ਨੂੰ ਪਤਾ ਨਹੀਂ ਹੋਏਗਾ। ਹੈਦਰਾਬਾਦ ਦੇ ਵਿੱਚ ਲੱਗੀ, ਉਹਨਾਂ ਨੇ ਨਾਲ ਮੋਨੀਟਰਿੰਗ ਜ਼ਿਆਦਾ ਸ਼ੁਰੂ ਕੀਤੀ ਹੈ। ਮੰਨ ਲਓ ਕਿਸੇ ਨੇ ਰੈੱਡ ਲਾਈਟ ਟੱਪੀ, ਪਰ ਜੇ ਟ੍ਰੈਫਿਕ ਕੰਟਰੋਲ ਰੂਮ 'ਚ ਕੋਈ ਮੁਲਾਜ਼ਮ ਹੀ ਨਹੀਂ ਬੈਠਾ ਹੋਊਗਾ ਤਾਂ ਉਹਨੂੰ ਕਿਵੇਂ ਪਤਾ ਲੱਗੂਗਾ ਕਿ ਕਿਸੇ ਨੇ ਰੈੱਡ ਲਾਈਟ ਕ੍ਰੋਸ ਕੀਤੀ? ਉਹਦੀ ਮੋਨੀਟਰਿੰਗ ਬੜੀ ਵੱਡੇ ਲੈਵਲ ਤੇ ਹੋ ਰਹੀ ਹੈ। ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਉਹੋ ਜਿਹਾ ਸਿਸਟਮ ਚਾਹੀਦਾ, ਸਖਤੀ ਚਾਹੀਦੀ ਹੈ। ਚਲਾਨ ਥੋੜੀ ਦੇਰ ਚਲਾਨ ਕੱਟੇ ਜਾਂਦੇ ਨੇ, ਉਸ ਤੋਂ ਬਾਅਦ ਕੀ ਹੁੰਦਾ ਕਿ ਫਿਰ ਲੋਕ ਯੂਜ਼ ਟੂ ਹੋ ਜਾਂਦੇ ਨੇ। ਹੁਣ ਉੱਥੇ ਹੈਦਰਾਬਾਦ ਦੇ ਵਿੱਚ ਇੱਕ ਸਭ ਤੋਂ ਵੱਡਾ ਨਿਯਮ ਇਸ ਵੇਲੇ ਕੀ ਪਾਲਣਾ ਕਰਾ ਰਹੇ ਨੇ, ਉਹਨਾਂ ਨੇ ਹਰ ਜੰਕਸ਼ਨ ਤੇ ਮਤਲਬ ਹਰ ਰੈੱਡ ਲਾਈਟ ਤੇ ਸਟਾਪ ਲਾਈਨ, ਜ਼ੈਬਰਾ ਕ੍ਰੋਸਿੰਗ ਤੋਂ ਅੱਗੇ ਸਟਾਪ ਲਾਈਨ ਲਗਾਤੀ, ਜ਼ੈਬਰਾ ਕ੍ਰੋਸਿੰਗ ਤੋਂ ਪਹਿਲਾਂ ਸਟਾਪ ਲਾਈਨ ਲਗਾਤੀ। ਕੋਈ ਵੀ ਵਹੀਕਲ ਉਹ ਸਟਾਪ ਲਾਈਨ ਨੂੰ ਨਹੀਂ ਟੱਪੇਗਾ। ਔਰ ਮੈਂ ਦਾਅਵਾ ਕਰ ਸਕਦਾ ਕੋਈ ਵੀ ਹੈਦਰਾਬਾਦ ਜਾਵੇ, ਸਾਡਾ ਪ੍ਰੋਗਰਾਮ ਦੇਖ ਲਓ ਜਾਂ ਕੋਈ ਵੀ ਹੈਦਰਾਬਾਦ ਚੱਕਰ ਲਗਾ ਕੇ ਆਵੇ, ਉਹਨੂੰ ਇਹ ਮਹਿਸੂਸ ਹੋਊਗੀ ਚੀਜ਼ ਕਿ ਉਹ ਹਰ ਜੰਕਸ਼ਨ ਤੇ 100 ਦੇ ਵਿੱਚੋਂ 2, 3, 4 ਗੱਡੀਆਂ ਹੋਣਗੀਆਂ ਜਿਹੜੀਆਂ ਉਹ ਸਟਾਪ ਲਾਈਨ ਨੂੰ ਕ੍ਰਾਸ ਕਰਦੀਆਂ ਨੇ। ਮੈਨੂੰ ਲੱਗਦਾ ਹੈ ਕਿ 95 ਤੇ ਉਹ ਸਟਾਪ ਲਾਈਨ ਦੇ ਪਿੱਛੇ ਹੀ ਖੜੀ ਹੁੰਦੀਆਂ ਨੇ। ਮਤਲਬ ਇੰਨਾ ਵਧੀਆ ਉੱਥੇ ਉਹ ਸੀਨ ਲੱਗਦਾ ਹੈ ਕਿ ਹਰ ਟ੍ਰੈਫਿਕ ਲਾਈਟ ਤੇ ਤੁਸੀਂ ਦੇਖੋਗੇ ਕਿ ਬੜੇ ਡਿਸਿਪਲਿਨ ਦੇ ਨਾਲ ਲੋਕ ਉੱਥੇ ਖੜੇ ਨੇ। ਉਹ ਕਿਉਂ ਹੋਏ? ਪਹਿਲਾਂ ਨਹੀਂ ਹੁੰਦਾ ਸੀ। ਉਹ ਹੁਣ ਉਦੋਂ ਹੋਏ ਜਦੋਂ ਉਹਨਾਂ ਨੇ ਸਟਾਪ ਲਾਈਨ ਦੇ ਚਲਾਨ ਕੱਟਣੇ ਸ਼ੁਰੂ ਕਰਤੇ। ਜਦੋਂ ਕੰਟਰੋਲ ਰੂਮ 'ਚ ਟ੍ਰੈਫਿਕ ਮੁਲਾਜ਼ਮ ਬੈਠੇ, ਉਹਨਾਂ ਨੇ ਚਲਾਨ ਕੱਟਣੇ ਸ਼ੁਰੂ ਕਰਤੇ, ਜਾਂ ਜਿਹੜੇ ਰੋਡ ਤੇ ਵੀ ਖੜੇ ਨੇ ਉਹਨਾਂ ਨੇ ਵੀ ਫੋਟੋ ਖਿੱਚ ਕੇ ਕੰਟਰੋਲ ਰੂਮ 'ਚ ਭੇਜਣੀ ਸ਼ੁਰੂ ਕਰਤੀ। ਅੱਛਾ, ਸਿਸਟਮ ਇਹ ਵੀ ਹੈ, ਸਿਰਫ ਕੈਮਰਾ ਹੀ ਰੈਕੋਗਨਾਈਜ਼ ਨਹੀਂ ਕਰ ਰਹੇ। ਹੈਦਰਾਬਾਦ ਦੇ ਵਿੱਚ ਹਰ ਮੋੜ ਤੇ, ਹਰ ਚੌਂਕ ਤੇ ਇੱਕ ਟ੍ਰੈਫਿਕ ਮੁਲਾਜ਼ਮ ਖੜਾ। ਉਹ ਅੱਗੇ ਕੀ ਕਰਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ, ਪਰ ਉਹਨੇ ਇਹ ਵੀ ਦੇਖਣਾ ਕਿ ਵਾਇਲੇਸ਼ਨ ਕਰ ਰਿਹਾ। ਵਾਇਲੇਸ਼ਨ ਕਰਨ ਤੇ ਉਹਨੇ ਰੋਕਣਾ ਕਿਸੇ ਨੂੰ ਨਹੀਂ। ਉਹਨੂੰ ਸੈਮਸੰਗ ਦੀ ਟੈਬਸ ਦਿੱਤੀਆਂ ਹੋਈਆਂ ਨੇ, ਕੈਮਰਾ ਦਿੱਤੇ ਹੋਏ ਨੇ, ਉਹਨੇ ਉਹਦੀ ਫੋਟੋ ਖਿੱਚਣੀ ਹੈ, ਉਹਦਾ ਚਲਾਨ ਜਿਹੜਾ ਆਨਲਾਈਨ ਚਲਾਨ, ਉਹਨੇ ਵੀ ਆਨਲਾਈਨ ਹੀ ਚਲਾਨ ਜਨਰੇਟ ਕਰਨਾ, ਚਲਾਨ ਜਨਰੇਟ ਕਰ ਦੇਣਾ, ਜਾਂ ਉਹਨੇ ਫੋਟੋ ਜਿਹੜੀ ਹੈ ਭੇਜ ਦੇਣੀ ਕੰਟਰੋਲ ਰੂਮ ਦੇ ਵਿੱਚ। ਤਾਂ ਹਰ ਚੌਂਕ ਦੇ ਉੱਤੇ ਜਦੋਂ ਸਟਾਪ ਲਾਈਨ ਦਾ ਪਾਲਣ ਹੋਣ ਲੱਗ ਪਿਆ ਤਾਂ ਮੈਨੂੰ ਲੱਗਦਾ ਕਿ ਇਹ ਵੀ ਬੜਾ ਵੱਡਾ ਇੱਕ ਕਾਰਨ ਹੋ ਸਕਦਾ ਕਿ ਟ੍ਰੈਫਿਕ ਕੰਜੈਸ਼ਨ ਨਹੀਂ ਹੁੰਦਾ ਉੱਥੇ ਟ੍ਰੈਫਿਕ ਜਿਹੜਾ ਹੈਦਰਾਬਾਦ ਦੇ ਵਿੱਚ ਹਮੇਸ਼ਾ ਮੂਵ ਕਰਦਾ ਰਹਿੰਦਾ, ਰੁਕਦਾ ਨਹੀਂ ਹੈ। ਟ੍ਰੈਫਿਕ 20 ਤੋਂ 25 ਲੱਖ ਗੱਡੀ ਰੋਜ਼ ਟਰੈਵਲ ਕਰ ਰਹੀ ਹੈ, ਪਰ ਉਹ ਟਰੈਵਲ ਚਲਦੀ ਜਾ ਰਹੀ ਹੈ। ਤੁਸੀਂ ਸਮਝ ਰਹੇ ਹੋ ਮੇਰੀ ਗੱਲ? ਬਹੁਤ ਘੱਟ ਜੇ ਮੰਨ ਲਓ ਕਿਸੇ ਨੇ ਵਿੱਚ ਗੱਡੀ ਗਲਤ ਢੰਗ ਦੇ ਨਾਲ ਪਾਤੀ ਤਾਂ ਫਿਰ ਤਾਂ ਜਾਮ ਲੱਗੂਗਾ ਹੀ। ਪਰ ਜਿਹੜਾ ਮੈਨੇਜਮੈਂਟ ਸਿਸਟਮ ਹੈ ਉਹ ਇਹੀ ਕਹਿੰਦਾ ਹੈ ਕਿ ਗੱਡੀਆਂ ਇੱਥੇ ਚਲਦੀਆਂ ਰਹਿਣ, ਭਾਵੇਂ 20 ਦੀ ਸਪੀਡ ਤੇ ਚੱਲੇ ਤੇ ਭਾਵੇਂ 15 ਦੀ ਸਪੀਡ ਤੇ ਚੱਲੇ, ਪਰ ਰੁਕੇਗੀ ਨਹੀਂ ਗੱਡੀ ਚਲਦੀ ਰਹੇਗੀ ਅੱਗੇ। ਹੁਣ ਜਦੋਂ ਸੜਕਾਂ ਪਤਲੀਆਂ ਹੋਣਗੀਆਂ ਤਾਂ ਉੱਥੇ ਤੇ ਗੱਡੀਆਂ ਵਹੀਕਲ ਜ਼ਿਆਦਾ ਹੋਣਗੇ ਤਾਂ ਉਹ ਸੁਭਾਵਿਕ ਜੀ ਗੱਲ ਹੈ ਕਿ ਉੱਥੇ ਤੁਸੀਂ 60 ਦੀ ਸਪੀਡ ਤੇ ਗੱਡੀ ਤਾਂ ਨਹੀਂ ਕੱਢ ਸਕਦੇ, ਪਰ ਗੱਡੀ ਚਲਦੀ ਰਹੇ। ਇਹੀ ਟ੍ਰੈਫਿਕ ਜਿਹੜੇ ਪੁਲਿਸ ਦਾ ਕੰਮ ਹੈ ਜਾਂ ਟ੍ਰੈਫਿਕ ਮੈਨੇਜਰਸ ਦਾ ਕੰਮ ਹੈ ਕਿ ਗੱਡੀਆਂ ਚਲਦੀਆਂ ਰਹਿਣ, ਲੋਕਾਂ ਨੂੰ ਬੇਵਜ੍ਹਾ ਰੁਕਣਾ ਨਾ ਪਵੇ। ਜਦੋਂ ਤੁਸੀਂ ਰੁਕਦੇ ਹੋ ਫਿਰ ਚੀਚੀ ਪੈ ਫਿਰ ਹੌਰਨ ਵੱਜਦੇ ਨੇ, ਫਿਰ ਉਦੋਂ ਲੋਕਾਂ ਦਾ ਗੁੱਸਾ ਫੁੱਟਦਾ ਕਿ ਜਦੋਂ ਤੁਹਾਨੂੰ ਟ੍ਰੈਫਿਕ ਦੇ ਅੰਦਰ ਰੁਕਣਾ ਪੈਂਦਾ। ਤਾਂ ਟ੍ਰੈਫਿਕ ਜਦੋਂ ਚੱਲਦਾ ਰਹਿੰਦਾ, ਸਟਾਪ ਲਾਈਨ ਦੀ ਤੁਸੀਂ ਪਾਲਣਾ ਕਰ ਰਹੇ ਹੋ, ਚਲਾਨਾਂ ਦਾ ਤੁਹਾਨੂੰ ਡਰ ਹੈ, ਸਿਗਨਲਸ ਤੁਹਾਡੇ ਵਧੀਆ ਹੋ ਗਏ,
ਤਾਂ ਫਿਰ ਆਪੇ ਟ੍ਰੈਫਿਕ ਮੈਨੇਜਮੈਂਟ ਜਿਹੜੀ ਹੈ ਉਹ 'ਚ ਸੁਧਾਰ ਹੋ ਜਾਂਦਾ। ਜਿਹੜੀ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਸੀ ਕਿ ਉੱਥੇ ਜੇ ਸਖਤੀ ਕਰਦੀ ਹੈ, ਹੈਦਰਾਬਾਦ ਦੇ ਵਿੱਚ ਵੀ ਨਹੀਂ ਪਾਲਣਾ ਕਰਦੇ ਸੀ, ਜਦੋਂ ਸਖਤੀ ਕਰਤੀ ਆਪੇ ਲੋਕ ਪਾਲਣਾ ਕਰਨ ਲੱਗ ਪਏ। ਜਦੋਂ ਤੁਹਾਨੂੰ ਪਤਾ ਕਿ ਤੁਸੀਂ ਕਿਸੇ ਦੀ ਸਿਫਾਰਿਸ਼ ਨਹੀਂ ਪਾ ਸਕਦੇ, ਤੁਹਾਡਾ ਚਲਾਨ ਹੋ ਗਿਆ, ਜਦੋਂ ਤੁਹਾਨੂੰ ਪਤਾ ਕਿ ਮੈਂ ਰੁਕ ਗਿਆ, ਇਹ ਰੁਕ ਗਿਆ, ਜੇ ਫਲਾਣਾ ਬੰਦਾ ਕੋਈ ਪਾਰ ਕਰ ਵੀ ਰਿਹਾ ਰੈਡ ਲਾਈਟ, ਉਹ ਆਪ ਸ਼ਰਮੋ ਸ਼ਰਮੀ ਰੁਕ ਜਾਏਗਾ, ਉਹਨੂੰ ਆਪ ਸ਼ਰਮੋ ਸ਼ਰਮੀ ਰੁਕੇਗਾ। ਔਨ ਸਪੌਟ ਨਾਕੇ ਜਿੱਦਾਂ ਪੰਜਾਬ ਦੇ ਵਿੱਚ ਤੁਹਾਨੂੰ ਬਹੁਤ ਦੇਖਣ ਨੂੰ ਮਿਲਣਗੇ ਔਨ ਸਪੌਟ ਨਾਕੇ ਜਿਹੜੇ ਹੈਗੇ ਆ। ਤੇ ਔਨ ਸਪੌਟ ਨਾਕਿਆਂ 'ਚ ਹੁੰਦਾ ਕੀ ਹੈ, ਬਜਾਏ ਕਿ ਟ੍ਰੈਫਿਕ ਸਮੂਥ ਹੋਣ ਦੇ ਟ੍ਰੈਫਿਕ ਜਾਮ ਹੁੰਦਾ ਵਾ। ਜਿੱਦਾਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵਾਂ ਕਿ ਜਲੰਧਰ ਦੇ ਵਿੱਚ ਜਦੋਂ ਤੁਸੀਂ ਬੱਸ ਸਟੈਂਡ ਵਾਲਾ ਪੁਲ ਉਤਰਦੇ ਹੋ ਤੇ ਨਾਲ ਚੜ ਜਾਂਦਾ BMC ਚੌਕ ਵਾਲਾ ਪੁਲ, ਠੀਕ ਹੈ ਜੀ, ਉੱਤੇ ਚੜ ਕੇ ਤੁਸੀਂ ਇਹ ਦੇਖੋ ਕਿ ਲਾਈਟਾਂ ਕ੍ਰਾਸ ਕਰਦੇ ਹੀ ਬਿਲਕੁਲ ਇੱਕ ਕ੍ਰਾਸਿੰਗ ਹੈਗੀ ਹੈ ਜਵਾਹਰ ਨਗਰ ਦੀ ਕ੍ਰਾਸਿੰਗ, ਉਹਦੇ ਬਿਲਕੁਲ ਕਾਰਨਰ ਤੇ ਪੁਲਿਸ ਨੇ ਨਾਕਾ ਲਾਇਆ ਹੋਇਆ। ਉਹ ਕੀ ਹੁੰਦਾ ਕਿ ਤੁਸੀਂ ਪੁਲ ਦੇ ਉੱਪਰ ਟ੍ਰੈਫਿਕ ਜਾਮ ਬਹੁਤ ਘੱਟ ਦੇਖਿਆ ਹੋਣਾ, ਲੇਕਿਨ ਉਸ ਪੁਲ ਦੇ ਉੱਪਰ ਜਿੱਥੋਂ ਪੁਲ ਸ਼ੁਰੂ ਹੁੰਦਾ, ਜਦੋਂ ਬੱਸ ਸਟੈਂਡ ਦਾ ਪੁਲ ਆਪਾਂ ਉਤਰਦੇ ਪੁਲ ਸ਼ੁਰੂ ਹੁੰਦਾ BMC ਚੌਂਕ ਵਾਲਾ, ਉੱਥੇ ਤੱਕ ਗੱਡੀਆਂ ਲੱਗੀਆਂ ਹੁੰਦੀਆਂ ਇਸ ਲਾਈਟਿੰਗ ਸਿਸਟਮ ਕਰਕੇ। ਔਰ ਨਾਕਾ ਲੱਗ ਜਾਂਦਾ। ਅੱਛਾ, ਰੈੱਡ ਲਾਈਟ ਜਦੋਂ, ਕਿਉਂਕਿ ਰੈੱਡ ਲਾਈਟ ਦੀ ਇੰਨੀ ਕੈਪੈਸਿਟੀ ਨਹੀਂ ਹੈ ਕਿ ਇੰਨੀ ਗੱਡੀਆਂ ਇੱਕ ਵਾਰੀ ਕੱਢ ਦੇਵੇ, ਉਹ ਤੀਜੀ ਚੌਥੀ ਵਾਰੀ ਪੰਜਵੀਂ ਵਾਰੀ ਕਿਤੇ ਜਾ ਕੇ ਬੰਦੇ ਦਾ ਨੰਬਰ ਆਉਂਦਾ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਪੁਲਿਸ ਨੇ ਇਹੀ ਹੈਦਰਾਬਾਦ ਦਾ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਟ੍ਰੈਫਿਕ ਸਿਗਨਲਸ ਦਾ, ਉੱਥੇ ਦੀ ਟਾਈਮਿੰਗ ਇਦਾਂ ਦੀ ਸੈੱਟ ਹੈ ਕਿ ਭਾਵੇਂ ਜਿੰਨਾ ਮਰਜ਼ੀ ਜਾਮ, ਆਪਾਂ ਤਸਵੀਰਾਂ ਹੁਣੇ ਆਪਾਂ ਨਾਲ ਲੋਕਾਂ ਨੂੰ ਦਿਖਾ ਦਿੰਦੇ ਆ, ਜਿੰਨਾ ਮਰਜ਼ੀ ਰਾਣਾ ਜੀ ਉੱਥੇ ਜਾਮ ਲੱਗ ਜਾਏ ਟ੍ਰੈਫਿਕ ਸਿਗਨਲ ਤੇ ਆ ਕੇ, ਜਾਮ ਮਤਲਬ ਗੱਡੀਆਂ ਆ ਜਾਣ, ਜਿੰਨੀ ਮਰਜ਼ੀ ਗੱਡੀਆਂ ਆ ਜਾਣ। ਸਿਸਟਮ ਇੰਨਾ ਸੈੱਟ ਹੈ ਕਿ ਯਕੀਨ ਕਰਿਓ ਤੁਸੀਂ 300 ਤੋਂ 400 ਮੀਟਰ ਤੱਕ ਲਾਈਨ ਲੱਗੀ ਹੈ ਲੰਬੀ, ਉਹ 300 ਤੋਂ 400 ਮੀਟਰ ਤੱਕ ਦੀ ਜਾਂ 200-300 ਮੀਟਰ ਲਾ ਲਓ, ਇੱਕੋ ਵਾਰੀ 'ਚ ਕਲੀਅਰ ਹੋ ਜਾਏਗੀ। ਦੱਸੋ ਤੁਸੀਂ ਲੋਕਾਂ ਨੂੰ ਕਿੰਨੀ ਸਹੂਲਤ ਹੈ ਕਿ ਜਦੋਂ ਤੁਸੀਂ ਰੁਕੇ ਤੇ ਹੈਗੇ ਹੋ, ਤੁਹਾਨੂੰ ਪਤਾ ਕਿ ਟ੍ਰੈਫਿਕ ਲਾਈਟ ਹੈ। ਮੈਂ ਜਦੋਂ ਨਵਾਂ ਉੱਥੇ ਪ੍ਰੋਗਰਾਮ ਸ਼ੂਟ ਕਰਨ ਗਿਆ ਤੇ ਮੈਂ ਪਹਿਲੇ ਦਿਨ ਹੀ ਉੱਥੇ ਗੱਡੀ 'ਚ ਬੈਠਾ ਤੇ ਮੈਂ ਉੱਥੇ ਟ੍ਰੈਫਿਕ ਦਾ ਸ਼ੂਟ ਕਰਨ ਗਿਆ ਸੀ ਤੇ ਮੈਂ ਟ੍ਰੈਫਿਕ ਇੱਥੇ ਮੈਂ ਰੁਕਿਆ ਤੇ ਮੇਰੇ ਤੋਂ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ, 200-250 ਮੀਟਰ ਦੂਰ ਤੱਕ ਜਾਮ ਲੱਗਾ ਪਿਆ ਔਰ ਉਸ ਤੋਂ ਬਾਅਦ ਰੈੱਡ ਲਾਈਟ ਹੈ। ਦਿਮਾਗ 'ਚ ਮੇਰੇ ਇਹੀ ਜਿੱਦਾਂ ਪੰਜਾਬ 'ਚ ਹੁੰਦਾ ਕਿ ਇੱਕ ਵਾਰੀ ਲਾਈਟ ਤੋਂ ਰੁਕੇ ਆ ਤੇ 3-4 ਵਾਰੀ ਰੁਕ ਕੇ ਲਾਈਟ ਪਾਰ ਕਰਨੀ ਪੈਣੀ ਹੈ। ਮੈਂ ਕਿਹਾ ਯਾਰ ਇਹ ਤਾਂ ਮੈਂ ਤਾਂ ਇੱਥੇ ਸ਼ੂਟ ਕਰਨ ਆਇਆ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਹੀ, ਤੇ ਇੱਥੇ ਤਾਂ ਆਪ ਟ੍ਰੈਫਿਕ ਬੜਾ ਜਾਮ ਹੁੰਦਾ। ਮੈਂ ਗੱਡੀ 'ਚ ਉਤਰ ਗਿਆ, ਮੈਂ ਕਿਹਾ ਯਾਰ ਪੈਦਲ ਉਤਰ ਕੇ ਦੇਖਦੇ ਹਾਂ, ਮੇਰਾ ਕੈਮਰਾਮੈਨ ਮੇਰੇ ਨਾਲ, ਅਸੀਂ ਗੱਡੀ 'ਚ ਉਤਰ ਗਏ ਕਿ ਯਾਰ ਇਹਨੇ ਤੇ ਲਾਈਟਾਂ ਪਾਰ ਕਰਦੇ ਕਰਦੇ ਸਾਨੂੰ 10 ਮਿੰਟ ਲੱਗ ਜਾਣੇ, ਆਪਾਂ ਤੁਰ ਕੇ ਅੱਗੇ ਚੱਲਦੇ ਹਾਂ। ਯਕੀਨ ਕਰਿਓ ਜਦੋਂ ਆਪਾਂ ਤੁਰ ਕੇ ਥੋੜਾ ਜਿਹਾ ਗਰਦਨ ਆਪਾਂ ਇੱਧਰ ਕੀਤੀ, ਮੂੰਹ ਇੱਧਰ ਕੀਤਾ, ਦੁਕਾਨਾਂ ਵੱਲ ਦੇਖ ਰਹੇ ਸੀਗੇ, ਮੈਂ ਜਦੋਂ ਫਿਰ ਸੱਜੇ ਆਪਣੇ ਖੱਬੇ ਪਾਸੇ ਦੇਖਿਆ ਤਾਂ ਸਾਰਾ ਟ੍ਰੈਫਿਕ ਜਿਹੜਾ ਕਲੀਅਰ ਹੋ ਗਿਆ। ਮਤਲਬ ਮੈਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਜਿੱਦਾਂ ਸਾਨੂੰ ਪੰਜਾਬ 'ਚ ਲੱਗਦਾ ਕਿ ਰੈੱਡ ਲਾਈਟ ਤੇ ਗੱਡੀ ਰੁਕ ਗਈ, ਇਹਨੂੰ ਹੁਣ 15 ਮਿੰਟ ਲੱਗ ਜਾਣੇ ਆ ਇੱਥੋਂ ਦੀ ਇੰਨੀ ਦੂਰ ਤੱਕ ਜਾਣ ਲਈ, ਇਹਨੂੰ ਹੁਣ 15 ਮਿੰਟ ਲੱਗ ਜਾਣੇ ਆ ਇਸ ਟ੍ਰੈਫਿਕ ਜਾਮ ਨੂੰ ਕਲੀਅਰ ਹੋਣ ਲਈ। ਪਰ ਜਿਵੇਂ ਹੀ ਆਪਾਂ ਉਤਰੇ ਵਿਦਿਨ 30 ਤੋਂ 40 ਸੈਕਿੰਡ ਦੇ ਅੰਦਰ ਉਹ ਪੂਰੀ ਦੀ ਪੂਰੀ ਲਾਈਨ ਕਲੀਅਰ ਹੋ ਗਈ। ਉਹਦਾ ਮੁੱਖ ਕਾਰਨ ਇਹ ਹੈ ਕਿ ਟ੍ਰੈਫਿਕ ਸਿਗਨਲ ਵਧੀਆ ਨੇ, ਉਹਦੀ ਟਾਈਮਿੰਗ ਬਿਲਕੁਲ ਜਿੰਨੀ ਟਾਈਮਿੰਗ ਜਿਸ ਰੋਡ ਨੂੰ ਚਾਹੀਦੀ ਉਨੀ ਦਿੱਤੀ ਜਾ ਰਹੀ ਹੈ। ਔਰ ਜਿਹੜੀ ਸਟਾਪ ਲਾਈਨ ਦੀ ਮੈਂ ਗੱਲ ਕੀਤੀ ਕਿ ਜਦੋਂ ਇੱਥੇ ਕੀ ਹੁੰਦਾ, ਇੱਥੇ ਜਿਵੇਂ ਤੁਸੀਂ ਦੱਸਿਆ ਕਦੀ ਕੋਈ ਪਾਰ ਕਰਦਾ ਲਾਈਟ ਨੂੰ, ਕਦੀ ਕੋਈ ਪਾਰ ਕਰ ਲੈਂਦਾ, ਗੱਡੀਆਂ ਅੱਗੇ ਟ੍ਰੈਫਿਕ ਦੇ ਅੱਗੇ ਆ ਕੇ ਬਿਲਕੁਲ ਇਨਡਿਸਿਪਲਿਨ ਵੇ ਦੇ ਨਾਲ ਖੜੀ ਹੋ ਜਾਂਦੀਆਂ। ਜਦੋਂ ਡਿਸਿਪਲਿਨ ਵੇ ਦੇ ਵਿੱਚ ਇੱਕ ਲਾਈਨ ਦੇ ਪਿੱਛੇ ਖੜੀਆਂ ਹੋਣਗੀਆਂ ਤਾਂ ਉਹ ਇਕੱਠੀਆਂ ਤੁਰਨਗੀਆਂ। ਨਾਲੇ ਉਹ ਹੁੰਦਾ ਕੀ ਹੈ ਕਿ ਸਾਡੇ ਜਲੰਧਰ ਜਾਂ ਲੁਧਿਆਣੇ ਜਾਂ ਪੰਜਾਬ ਅੰਮ੍ਰਿਤਸਰ 'ਚ ਕੀ ਰਿਵਾਜ ਹੈ, ਟ੍ਰੈਫਿਕ ਲਾਈਟ ਇੱਥੇ ਲੱਗੀ ਹੈ, ਸਾਡੀ ਗੱਡੀਆਂ ਇੱਥੇ ਤੱਕ ਪਹੁੰਚ ਜਾਂਦੀਆਂ, ਠੀਕ ਹੈ, ਉਦੋਂ ਹੀ ਫਿਰ ਕੰਜੈਸ਼ਨ ਹੋ ਜਾਂਦੀ ਹੈ। ਜਦੋਂ ਹੈਦਰਾਬਾਦ 'ਚ ਕੀ ਹੋ ਰਿਹਾ, ਟ੍ਰੈਫਿਕ ਲਾਈਟ ਇਹ ਹੈ, ਗੱਡੀਆਂ ਇੱਥੇ ਖੜੀਆਂ ਨੇ, ਜਦੋਂ ਗ੍ਰੀਨ ਹੁੰਦੀ ਹੈ ਉਹਨੂੰ ਉਹ ਬਾਅਦ ਥੋੜ੍ਹੀ ਸੈਕਿੰਡ ਬਾਅਦ ਤੁਰਦੀਆਂ ਗੱਡੀਆਂ ਤੇ ਫਿਰ ਉਹ ਇਕੱਠੀਆਂ ਨਿਕਲ ਜਾਂਦੀਆਂ, ਉਦੋਂ ਰੁਕਦੀਆਂ ਨਹੀਂ। ਇਹ ਜਿਹੜੇ ਟ੍ਰੈਫਿਕ ਮੈਨੇਜਮੈਂਟ ਦੇ ਗੁਣ ਨੇ ਇਹ ਸਾਨੂੰ ਸਿੱਖਣੇ ਪੈਣਗੇ। ਇਹ ਸਭ ਤੋਂ ਵੱਧ ਇਹਦੇ ਵਿੱਚ ਰੋਲ ਟ੍ਰੈਫਿਕ ਪੁਲਿਸ ਨੂੰ ਕਰਨਾ ਪਏਗਾ। ਜੇ ਹਰ ਚੌਂਕ ਤੇ ਤੁਸੀਂ ਖੜੇ ਹੋ ਰਹੇ ਹੋ, ਤੁਸੀਂ ਮੈਨੇਜ ਕਰੋ ਕਿ ਟ੍ਰੈਫਿਕ ਚੱਲਦਾ ਰਹੇ। ਅੱਛਾ, ਫਿਰ ਜੇ ਹੈਦਰਾਬਾਦ ਦੇ ਵਿੱਚ ਜੇ ਟੈਕਨੋਲੋਜੀ ਵਾਲੇ ਸਿਗਨਲਸ ਨੇ, ਜਿੱਦਾਂ ਮੈਂ ਜ਼ਿਕਰ ਕਰ ਰਿਹਾ ਕਿ ਉਹ ਆਪੇ ਚੱਲਦੇ ਨੇ, ਜੇ ਕਦੀ ਲੱਗੇ ਟ੍ਰੈਫਿਕ ਮੁਲਾਜ਼ਮ ਨੂੰ, ਉਹ ਤੇ ਹਰ ਚੌਂਕ ਤੇ ਟ੍ਰੈਫਿਕ ਮੁਲਾਜ਼ਮ ਖੜਾ, ਜੇ ਉੱਥੇ ਮੁਲਾਜ਼ਮ ਨੂੰ ਲੱਗੇ ਕਿ ਇਹ ਟ੍ਰੈਫਿਕ ਸਿਗਨਲਸ ਜਿਹੜੇ ਨੇ ਟੈਕਨੋਲੋਜੀ ਤਰੀਕੇ ਦੇ ਨਾਲ ਸਹੀ ਨਹੀਂ ਚੱਲ ਰਹੇ, ਤਾਂ ਉਹ ਮੈਨੂਅਲੀ ਵੀ ਉਹਨੂੰ ਬਟਨ ਨਾਲ ਗ੍ਰੀਨ ਔਰ ਰੈੱਡ ਕਰ ਸਕਦਾ। ਮੰਨ ਲਓ ਜਿਹੜੀ ਜ਼ਿਕਰ ਤੁਸੀਂ ਹੁਣ ਕਰ ਰਹੇ ਹੋ BMC ਚੌਂਕ ਦਾ ਜਾਂ ਗੁਰੂ ਨਾਨਕ ਮਿਸ਼ਨ ਚੌਂਕ ਦਾ, ਤਾਂ ਜੇ ਉੱਥੇ ਟ੍ਰੈਫਿਕ ਮੁਲਾਜ਼ਮ ਖੜਾ, ਉਹਨੇ ਦੇਖਿਆ ਕਿ ਇੱਕ ਪਾਸੇ ਬਹੁਤ ਜ਼ਿਆਦਾ ਗੱਡੀਆਂ ਦੀ ਲਾਈਨ ਹੈ, ਦੂਜੇ ਪਾਸੇ ਘੱਟ ਹੈ, ਉਹ ਮੈਨੂਅਲੀ ਬਟਨ ਦਬਾਏਗਾ, ਇੱਕ ਪਾਸੇ ਗ੍ਰੀਨ ਦੇਗਾ, ਅੱਖਾਂ ਨਾਲ ਦੇਖੇਗਾ, ਜਦੋਂ ਦੇਖੇਗਾ ਕਿ ਇੱਧਰ ਜਿਹੜੀ ਸੜਕ ਹੈ ਪੂਰੀ ਤਰ੍ਹਾਂ ਖਾਲੀ ਹੋ ਗਈ ਹੈ, ਉਹਨੂੰ ਹੱਥ ਨਾਲ ਇਸ਼ਾਰਾ ਕਰਨ ਦੀ ਲੋੜ ਨਹੀਂ ਹੈ, ਉਹ ਬਟਨ ਦਬਾਏਗਾ, ਉਸ ਉਧਰ ਦੀ ਉਹ ਲਾਈਟ ਰੈੱਡ ਹੋ ਜਾਏਗੀ, ਉਹ ਦੂਜੇ ਨੂੰ ਗ੍ਰੀਨ ਕਰ ਦੇਗਾ। ਤੇ ਇਹ ਇਦਾਂ ਦੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੋਣਾ ਚਾਹੀਦਾ। ਹੈਦਰਾਬਾਦ ਦੇ ਵਿੱਚ ਹੋਰ ਕੀ ਹੈ, ਟ੍ਰੈਫਿਕ ਪੁਲਿਸ ਥਾਣੇ ਨੇ ਅਲੱਗ ਹੀ,
40 ਦੇ ਆਸ-ਪਾਸ ਜਿਹੜੇ ਨੇ ਟ੍ਰੈਫਿਕ ਪੁਲਿਸ ਸਟੇਸ਼ਨਸ ਨੇ। ਇੱਕ ਪੁਲਿਸ ਸਟੇਸ਼ਨ ਹੁੰਦੇ ਨਾ ਦੂਜੇ ਲਾਅ ਐਂਡ ਆਰਡਰ ਵਾਲੇ, ਟ੍ਰੈਫਿਕ ਦੇ ਪੁਲਿਸ ਸਟੇਸ਼ਨ ਬਣਾਏ ਨੇ ਜੋ ਸਿਰਫ ਟ੍ਰੈਫਿਕ ਰਿਲੇਟਡ ਪ੍ਰੋਬਲਮਸ ਜਾਂ ਚਲਾਨਿੰਗ ਸਿਸਟਮ ਨੂੰ ਦੇਖ ਰਹੇ ਨੇ। ਇਨੋਵਾ ਕ੍ਰਿਸਟਾ ਗੱਡੀਆਂ ਉੱਥੇ ਦੇ ਸਰਕਲ ਇੰਸਪੈਕਟਰਾਂ ਨੂੰ ਦਿੱਤੀਆਂ ਹੋਈਆਂ ਨੇ ਜੋ ਸਿਰਫ ਟ੍ਰੈਫਿਕ ਦੇ ਲਈ ਨੇ, ਪੀਸੀਆਰ ਦੀਆਂ ਗੱਡੀਆਂ ਨਹੀਂ। ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਪੀਸੀਆਰ ਨੂੰ ਵੀ ਆਉਣਾ ਪੈਂਦਾ, ਥਾਣੇ ਵਾਲਿਆਂ ਨੂੰ ਵੀ ਆਉਣਾ ਪੈਂਦਾ ਜੇ ਕਦੇ ਟ੍ਰੈਫਿਕ ਦੀ ਕੰਜੈਸ਼ਨ ਹੋ ਜਾਵੇ। ਟ੍ਰੈਫਿਕ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਘੱਟ ਹੈ ਵੱਡੇ ਸ਼ਹਿਰਾਂ ਦੇ ਵਿੱਚ, ਔਰ ਪੀਸੀਆਰ ਵੀ ਲਗਾਉਣੀ ਪੈਂਦੀ ਹੈ ਔਰ ਥਾਣਿਆਂ ਦੀ ਫੋਰਸ ਵੀ ਲਗਾਉਣੀ ਪੈਂਦੀ ਹੈ। ਉੱਥੇ ਤਾਂ ਨਹੀਂ ਹੁੰਦਾ, ਉੱਥੇ ਟ੍ਰੈਫਿਕ ਜਿਹੜੀ ਹੈ ਪੁਲਿਸ ਦੀ ਜਿਹੜੀ ਮੈਨ ਪਾਵਰ ਆ ਬਹੁਤ ਜ਼ਿਆਦਾ ਹੈ। ਜਿਵੇਂ ਮੈਂ ਦੱਸ ਰਿਹਾ ਇਨੋਵਾ ਕ੍ਰਿਸਟਾ ਗੱਡੀ ਤੇ ਉੱਥੇ ਉਹਨਾਂ ਨੇ ਇੰਸਪੈਕਟਰਾਂ ਨੂੰ ਦਿੱਤੀਆਂ ਹੋਈਆਂ, ਉਹ ਪੂਰਾ ਦਿਨ ਘੁੰਮਦੇ ਸ਼ਹਿਰ ਦੇ ਵਿੱਚ ਇਹੀ ਦੇਖਦੇ ਰਹਿੰਦੇ ਨੇ ਕਿ ਟ੍ਰੈਫਿਕ ਵਧੀਆ ਢੰਗ ਦੇ ਨਾਲ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਤਾਂ ਇਸ ਤਰ੍ਹਾਂ ਦੀ ਮਨਸ਼ਾ ਜਿਹੜੀ ਹੈ ਉਹ ਚਾਹੀਦੀ। ਆਪਾਂ ਵਿਦੇਸ਼ੀ ਮੁਲਕਾਂ ਨੂੰ ਦੇਖਦੇ ਹਾਂ, ਵਿਦੇਸ਼ਾਂ ਦੇ ਵਿੱਚ ਇਹੋ ਜਿਹੀ ਟੈਕਨੋਲੋਜੀ ਦਾ ਜ਼ਿਕਰ ਹੁੰਦਾ ਸੀਗਾ। ਹੈਦਰਾਬਾਦ ਵਿੱਚ ਕਿ ਸ਼ਹਿਰਾਂ ਦੇ ਵਿੱਚ ਇਹ ਜਿਹੜੀ ਟੈਕਨੋਲੋਜੀ ਉਹ ਲੱਗੀ ਹੋਈ ਹੈ ਔਰ ਉਸ ਤੋਂ ਬਾਅਦ ਟੈਕਨੋਲੋਜੀ ਲੱਗਣ ਤੋਂ ਬਾਅਦ ਉਹ ਹੀ ਬੜੀ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਹੋ ਰਹੀ ਹੈ, ਵਧੀਆ ਤਰੀਕੇ ਦੇ ਨਾਲ ਉਹਨੂੰ ਮੋਨੀਟਰ ਕੀਤਾ ਜਾ ਰਿਹਾ। ਰਾਣਾ ਜੀ ਤੁਸੀਂ ਯਕੀਨ ਕਰੋਗੇ, ਮੰਨ ਲਓ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਗੈਰਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਧਰਨੇ ਵੀ ਲੱਗ ਜਾਂਦੇ ਨੇ, ਕੋਈ ਐਕਸੀਡੈਂਟ ਹੁੰਦਾ, ਰੋਡ ਬਲੌਕ ਹੋ ਜਾਂਦੀ ਹੈ, ਸ਼ੋਭਾ ਯਾਤਰਾ ਕਰਕੇ ਰੂਟ ਡਾਇਵਰਟ ਬੜੇ ਕਰਨੇ ਪੈਂਦੇ ਨੇ, ਲੋਕਾਂ ਨੂੰ ਨਹੀਂ ਪਤਾ ਲੱਗਦਾ। ਉੱਥੇ ਉਹ ਕੀ ਕਰਦੇ ਨੇ ਕਿ ਉੱਥੇ ਕੰਟਰੋਲ ਰੂਮ ਤੇ ਬਹਿ ਕੇ ਲੋਕਾਂ ਨੂੰ SMS ਭੇਜਦੇ ਨੇ। ਜਗ੍ਹਾ ਜਗ੍ਹਾ ਤੇ ਉੱਥੇ ਟ੍ਰੈਫਿਕ ਦੇ ਬੋਰਡ ਲੱਗੇ ਹੋਏ ਨੇ, VMS ਕਹਿੰਦੇ ਨੇ ਉਹਨਾਂ ਨੂੰ, ਉਹ ਬੋਰਡ ਲੱਗੇ ਨੇ, ਉੱਥੇ ਦੱਸਦੇ ਨੇ ਕਿ ਇਹ ਰੋਡ ਅੱਗੇ ਬਲੌਕ ਕੀਤੀ ਗਈ ਹੈ, ਇਸ ਰੋਡ ਤੇ ਸ਼ੋਭਾ ਯਾਤਰਾ ਨਿਕਲ ਰਹੀ ਹੈ, ਇਸ ਰੋਡ ਤੇ ਪਿੱਛੇ ਤੁਹਾਨੂੰ ਪਤਾ ਲੱਗਣਾ ਲੱਗ ਪਏਗਾ ਕਿ ਯਾਰ ਉਸ ਰੋਡ ਤੋਂ ਜਿਹੜਾ ਹੈ ਐਕਸੀਡੈਂਟ ਹੋ ਗਿਆ, ਉਸ ਰੋਡ ਤੇ ਕੋਈ ਧਰਨਾ ਲੱਗਾ ਹੈ, ਉੱਥੋਂ ਸ਼ੋਭਾ ਯਾਤਰਾ ਨਿਕਲ ਰਹੀ ਹੈ ਔਰ ਰੋਡ ਬਲੌਕ ਹੈ। ਉਹ ਤੁਹਾਨੂੰ ਦੱਸਣਗੇ ਬਕਾਇਦਾ ਕਿ ਤੁਸੀਂ ਇਸ ਪਾਸਿਓਂ ਮੁੜ ਜਾਓ, ਤੁਸੀਂ ਉਸ ਪਾਸਿਓਂ ਮੁੜ ਜਾਓ। ਟਵਿੱਟਰ ਤੇ ਲਗਾਤਾਰ ਜਿਹੜੀ ਹੈਦਰਾਬਾਦ ਪੁਲਿਸ ਜਿਹੜੀ ਹੈ ਆਪਣੇ ਟ੍ਰੈਫਿਕ ਮੁਲਾਜ਼ਮਾਂ ਦੀ ਜਿਹੜੀ ਤੈਨਾਤੀ ਹੈ ਉਹਦੇ ਬਾਰੇ ਦੱਸਣਗੇ, ਉਹਦਾ ਨੰਬਰ ਸ਼ੇਅਰ ਕਰਦੇ ਨੇ, ਰੂਟ ਕਿਹੜਾ ਡਾਇਵਰਟ ਹੋਇਆ ਉਹ ਦੱਸਦੇ ਨੇ। ਤਾਂ ਮੈਂ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਟ੍ਰੈਫਿਕ ਨੂੰ ਲੈ ਕੇ ਇੰਨਾ ਜ਼ਿਆਦਾ ਕੰਮ ਹੁੰਦਾ। ਸਿਰਫ ਉੱਥੇ ਇਹ ਨਹੀਂ ਹੁੰਦਾ ਕਿ ਚੌਂਕਾਂ ਤੇ ਖੜੇ ਹੋ ਕੇ ਹੱਥ ਲਾਣਾ ਕਿ ਤੁਸੀਂ ਆ ਜਾਓ, ਸਿਟੀ ਮਾਰੀ ਤਾਂ ਤੁਸੀਂ ਆ ਜਾਓ, ਇੰਨਾ ਕੰਮ ਨਹੀਂ ਹੋ ਰਿਹਾ। ਟ੍ਰੈਫਿਕ ਦੇ ਲਈ ਉੱਥੇ ਬਹੁਤ ਜ਼ਿਆਦਾ ਟੈਕਨੋਲੋਜੀ ਦਾ ਵੀ ਸਹਾਰਾ ਲਿਆ ਜਾ ਰਿਹਾ ਔਰ ਪੂਰਾ ਦਿਨ ਮੈਨ ਪਾਵਰ ਜਿਹੜੀ ਆ ਲੱਗੀ ਰਹਿੰਦੀ ਹੈ ਕਿ ਟ੍ਰੈਫਿਕ ਜਿਹੜਾ ਹੈ ਉਹ ਮੂਵਿੰਗ 'ਚ ਰਵੇ, ਕਿਤੇ ਜਾਮ ਨਾ ਲੱਗੇ। ਨਹੀਂ ਤੇ ਤੁਸੀਂ ਜਦੋਂ ਕਿਹਾ ਕਿ ਉੱਥੇ ਨਫਰੀ ਜਿਹੜੀ ਹੈਗੀ ਪੁਲਿਸ ਦੀ ਉਹ ਜ਼ਿਆਦਾ ਹੈ, ਤੇ ਨਫਰੀ ਇਹਦਾ ਮਤਲਬ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੀ ਆਬਾਦੀ ਹੈਦਰਾਬਾਦ ਦੇ ਮੁਕਾਬਲੇ ਤਾਂ ਬਹੁਤ ਘੱਟ ਹੈ, ਤੇ ਜ਼ਾਹਿਰ ਹੈ ਕਿ ਜੇ ਉੱਥੇ ਪੁਲਿਸ ਦੀ ਨਫਰੀ ਜ਼ਿਆਦਾ ਤਾਂ ਉੱਥੇ ਆਬਾਦੀ ਵੀ ਤਾਂ ਜ਼ਿਆਦਾ, ਉੱਥੇ ਗੱਡੀਆਂ ਵੀ ਜ਼ਿਆਦਾ ਨੇ। ਤੇ ਪੰਜਾਬ ਦੇ ਵਿੱਚ ਜੇ ਪੁਲਿਸ ਦੀ ਨਫਰੀ ਘੱਟ ਹੈ ਤਾਂ ਆਬਾਦੀ ਵੀ ਘੱਟ ਹੈ, ਗੱਡੀਆਂ ਵੀ ਘੱਟ ਨੇ। ਆਪਾਂ ਪੰਜਾਬ ਦੀ ਗੱਲ ਨਹੀਂ ਨਾ ਕਰ ਸਕਦੇ, ਪੂਰੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਅਸੀਂ। ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਇਹੋ ਜਿਹੇ ਵੱਡੇ ਸ਼ਹਿਰਾਂ ਦੀ ਹੀ ਗੱਲ ਕਰਾਂਗੇ। ਸ਼ਹਿਰਾਂ ਦੇ ਹਿਸਾਬ ਨਾਲ ਨਫਰੀ ਵਧਾਉਣ, ਸ਼ਹਿਰਾਂ ਦੇ ਹਿਸਾਬ ਨਾਲ ਟੈਕਨੋਲੋਜੀ ਲੈ ਕੇ ਆਉਣ। ਲੁਧਿਆਣੇ ਦੇ ਵਿੱਚ ਜੇ ਏਸ਼ੀਆ ਦੇ ਸਭ ਤੋਂ ਵੱਧ ਗੱਡੀਆਂ ਨੇ ਏਰੀਆ ਵਾਈਜ਼, ਤਾਂ ਉਹ ਹੈਦਰਾਬਾਦ ਤੋਂ ਜ਼ਿਆਦਾ ਹੋਈ ਨਾ, ਫਿਰ ਉੱਥੇ ਕੰਜੈਸ਼ਨ ਜ਼ਿਆਦਾ ਹੋਏਗੀ। ਤਾਂ ਉੱਥੇ ਟੈਕਨੋਲੋਜੀ ਲੈ ਕੇ ਆਉਣ। ਉੱਥੇ ਕਿਉਂ ਨਹੀਂ ਹਰ ਮੋੜ ਤੇ, ਹਰ ਟ੍ਰੈਫਿਕ ਲਾਈਟ ਤੇ ਕੋਈ ਟ੍ਰੈਫਿਕ ਮੁਲਾਜ਼ਮ ਖੜਾ ਹੁੰਦਾ? ਬੜਾ ਆਸਾਨ ਜਿਹਾ ਤਰੀਕਾ ਹੈ। ਜੇ ਤੁਸੀਂ ਹਰ ਚੌਂਕ ਤੇ ਇੱਕ ਟ੍ਰੈਫਿਕ ਮੁਲਾਜ਼ਮ ਹੀ ਖੜਾ ਕਰ ਦਿਓ, ਜੇ ਤੁਸੀਂ ਟੈਕਨੋਲੋਜੀ ਨਹੀਂ ਵੀ ਵਰਤਣੀ, ਤੁਸੀਂ ਇੱਕ ਵਧੀਆ ਟ੍ਰੈਫਿਕ ਮੁਲਾਜ਼ਮ ਖੜਾ ਕਰ ਦਿਓ, ਡਿਸਿਪਲਿਨਡ ਮੁਲਾਜ਼ਮ ਹੋਵੇ ਔਰ ਉਹਦੀ ਡਿਊਟੀ ਹੋਵੇ ਕਿ ਸਾਰਾ ਦਿਨ ਤੂੰ ਇਸ ਚੌਂਕ ਤੇ ਜਾਮ ਨਹੀਂ ਲੱਗਣ ਦੇਣਾ। ਦੱਸੋ ਤੁਹਾਨੂੰ ਲੱਗਦਾ ਕਿ ਫਿਰ ਉਸ ਚੌਂਕ ਤੇ ਜਾਮ ਲੱਗ ਜਾਏਗਾ ਬੇਵਜ੍ਹਾ? ਨਹੀਂ ਲੱਗੇਗਾ। ਬੜੀ ਛੋਟੀ ਜਿਹੀ ਗੱਲਾਂ ਨੇ ਇਹ ਟ੍ਰੈਫਿਕ ਪੁਲਿਸ ਨੂੰ, ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ, ਔਰ ਜਿਹੜੀ ਇਹ ਟੈਕਨੋਲੋਜੀ ਨੇ ਇਹ ਟ੍ਰੈਫਿਕ ਪੁਲਿਸ ਨਹੀਂ ਲੈਂਦੀ, ਇਹ ਕਾਰਪੋਰੇਸ਼ਨਸ ਲੈਂਦੇ ਨੇ। ਜਿਵੇਂ ਹੈਦਰਾਬਾਦ ਦਾ ਵਿੱਚ ਹੈਦਰਾਬਾਦ ਮਿਊਨਿਸਪਲ ਕਾਰਪੋਰੇਸ਼ਨ ਨੇ ਟੈਕਨੋਲੋਜੀ ਖਰੀਦ ਕੇ ਪੁਲਿਸ ਨੂੰ ਦਿੱਤੀ, ਪ੍ਰੋਜੈਕਟ ਖਰੀਦਿਆ, ਪੁਲਿਸ ਨੂੰ ਦਿੱਤਾ, ਪੁਲਿਸ ਉਹਨੂੰ ਰਨ ਕਰਦੀ ਹੈ। ਇੱਦਾਂ ਹੀ ਜੇ ਜਲੰਧਰ 'ਚ ਲਗਾਉਣਾ ਤਾਂ ਜਲੰਧਰ ਦੇ ਵਿੱਚ ਵੀ ਜਿੱਦਾਂ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ATC ਸਿਗਨਲਸ ਦੀ ਮੈਂ ਗੱਲ ਕਰ ਰਿਹਾ ਜਾਂ ITMS ਬਣ ਰਿਹਾ। ਐਕਚੁਅਲੀ ਹੁਣ ਕੀ ਹੈ ਕਿ ITMS ਜਿਹੜਾ ਹੈ ਉਹ ਹਰ ਸਮਾਰਟ ਸਿਟੀ ਵਾਸਤੇ ਲਾਜ਼ਮੀ ਹੋ ਗਿਆ। ਜਿਹੜੀਆਂ ਸਿਟੀ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਆ ਰਹੀਆਂ ਨੇ ਉੱਥੇ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਲੱਗਣਾ ਲਾਜ਼ਮੀ ਹੈ, ਪਰ ਅਸੀਂ ਬਹੁਤ ਦੇਰ ਕਰ ਚੁੱਕੇ ਹੋਏ ਹਾਂ। ਸਾਨੂੰ ਪਹਿਲਾਂ ਲੱਗ ਜਾਣਾ ਚਾਹੀਦਾ ਸੀਗਾ। ਲੁਧਿਆਣੇ ਦੇ ਵਿੱਚ ITMS ਪਹਿਲਾਂ ਲੱਗ ਜਾਣਾ ਚਾਹੀਦਾ ਸੀਗਾ, ਜਲੰਧਰ ਦੇ ਵਿੱਚ ਲੱਗ ਜਾਣਾ ਚਾਹੀਦਾ ਸੀ, ਅੰਮ੍ਰਿਤਸਰ ਦੇ ਵਿੱਚ ਲੱਗ ਜਾਣਾ ਚਾਹੀਦਾ ਸੀ, ਜਿਹੜੀਆਂ ਤੇ ਪੰਜਾਬ ਦੀਆਂ ਸਮਾਰਟ ਸਿਟੀਜ਼ ਨੇ ਉੱਥੇ ਲੱਗ ਜਾਣਾ ਚਾਹੀਦਾ ਸੀਗਾ। ਇਹ ਹੈ ਹੁਣ ਸੈਂਟਰ ਗਵਰਨਮੈਂਟ ਵੱਲੋਂ ਗਾਈਡਲਾਈਨਸ ਨੇ ਕਿ ਤੁਸੀਂ ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਰੱਖੋ। ਪਰ ਮੇਰਾ ਇਹ ਮੰਨਣਾ ਹੈ ਕਿ ਜੇ ਟੈਕਨੋਲੋਜੀ ਵੀ ਆ ਜਾਊਗੀ, ਸਿਰਫ ਟੈਕਨੋਲੋਜੀ ਦੇ ਸਾਰੇ ਟ੍ਰੈਫਿਕ ਮੂਵ ਨਹੀਂ ਹੋ ਸਕਦਾ। ਤੁਸੀਂ ਦੇਖੋ ਕਿਸੇ ਟ੍ਰੈਫਿਕ ਸਿਗਨਲ ਵਾਲੇ ਨੂੰ ਜੇ ਤੁਸੀਂ ਉੱਥੇ ਸੈਂਸਰ ਵਾਲਾ ਟ੍ਰੈਫਿਕ ਸਿਗਨਲ ਲਾ ਦੋਗੇ, ਉਹਨੂੰ ਕੀ ਪਤਾ ਕਿ ਫਲਾਣੇ ਬੰਦੇ ਨੇ ਟ੍ਰੈਫਿਕ ਦੀ ਵਾਇਲੇਸ਼ਨ ਪਿੱਛੋਂ ਹੀ ਕੋਈ ਗੱਡੀ ਵਿੱਚ ਵਾੜ ਰਿਹਾ, ਤੁਸੀਂ ਦੇਖੋਗੇ ਕੋਈ ਰੋਂਗ ਸਾਈਡ ਲੈ ਕੇ ਆ ਰਿਹਾ। ਇਹ ਤਾਂ ਸਿਗਨਲਸ ਨਹੀਂ ਨਾ ਕੰਟਰੋਲ ਕਰ ਸਕਦੇ, ਤੁਸੀਂ ਸੈਂਸਰ ਵਾਲੇ ਸਿਗਨਲ ਤੇ ਲਾ ਦੋਗੇ। ਇਹ ਚੀਜ਼ਾਂ ਜਿਹੜੀਆਂ ਨੇ ਟ੍ਰੈਫਿਕ ਪੁਲਿਸ ਦੀ ਮੁਸਤੈਦੀ ਨੇ ਕਰਨੀ ਹੈ, ਟ੍ਰੈਫਿਕ ਪੁਲਿਸ ਦੀ ਅਵੇਅਰਨੈਸ ਨੇ, ਟ੍ਰੈਫਿਕ ਪੁਲਿਸ ਦੀ ਅਲਰਟਨੈਸ ਨੇ ਕਰਨੀ ਹੈ ਔਰ ਟ੍ਰੈਫਿਕ ਪੁਲਿਸ ਦੀ ਵੱਡੀ ਗਿਣਤੀ ਨੇ ਕਰਨੀ ਹੈ। ਜੇ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਲੋਡ ਇੰਨਾ ਵੱਧ ਗਿਆ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਦੇ ਵਿੱਚ ਆਪਾਂ ਜੇ ਖਾਸ ਕਰਕੇ ਗੱਲ ਕਰ ਰਹੇ ਹਾਂ, ਤੇ ਕੀ ਹੋਏਗਾ ਉੱਥੇ ਕਿ ਜੇ ਮੰਨ ਲਓ ਤੁਸੀਂ ਕਹਿ ਰਹੇ ਹੋ ਹਰ ਜੰਕਸ਼ਨ ਤੇ ਲਾਉਣ ਦੀ ਲੋੜ ਨਹੀਂ ਹੈ, ਤੁਸੀਂ ਜੇ ਸ਼ਹਿਰ ਦੇ 20 ਜੰਕਸ਼ਨ ਵੀ ਆਇਡੈਂਟੀਫਾਈ ਕਰ ਲਓ, ਉੱਥੇ 2-2 ਮੁਲਾਜ਼ਮ ਵੀ ਲਾ ਲਓ,
ਜੇ 40 ਮੁਲਾਜ਼ਮ ਜੇ ਤੁਸੀਂ 8 ਘੰਟੇ ਦੀ ਸ਼ਿਫਟ ਤੇ ਲਾ ਵੀ ਦਿਓ, 24 ਘੰਟੇ ਤਾਂ ਟ੍ਰੈਫਿਕ ਨਹੀਂ ਜਾਮ ਰਹਿੰਦਾ। ਟ੍ਰੈਫਿਕ 24 ਘੰਟੇ ਤੇ ਨਹੀਂ ਵੱਡੀ ਗਿਣਤੀ ਦੇ ਵਿੱਚ ਰਹਿੰਦਾ। ਹੁੰਦਾ ਕੀ ਹੈ ਕਿ ਸਵੇਰੇ 10 ਵਜੇ ਤੋਂ ਲੈ ਕੇ ਤੁਸੀਂ 7-8 ਵਜੇ ਤੱਕ ਟ੍ਰੈਫਿਕ ਦਾ ਲੋਡ ਰਹਿੰਦਾ ਸੜਕਾਂ ਤੇ। 7-8 ਘੰਟੇ ਦੇ ਲਈ ਜੇ ਹਰ ਚੌਂਕ ਤੇ ਟ੍ਰੈਫਿਕ ਮੁਲਾਜ਼ਮ ਤੈਨਾਤ ਹੋ ਜਾਣ ਔਰ ਬੜੇ ਅਲਰਟਨੈਸ ਦੇ ਨਾਲ ਕੰਮ ਕਰਨ। ਹੁਣ ਆਪਾਂ ਅੱਜ ਹੀ ਖਬਰ ਚਲਾਈ, ਜਲੰਧਰ ਤੇ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਜਿਹੜੀ ਮਾਲ ਟਾਊਨ ਰੋਡ ਤੇ ਜਾਮ ਲੱਗਾ ਸੀਗਾ, 1-1 ਘੰਟਾ ਲੋਕਾਂ ਨੂੰ ਉੱਥੇ ਜਿਹੜਾ ਆਪਣਾ ਮੰਜ਼ਿਲ ਤੱਕ ਪਹੁੰਚਣ ਲਈ ਇੰਤਜ਼ਾਰ ਕਰਨਾ ਪਿਆ। ਜਦੋਂ ਹੀ ਅਸੀਂ ਕੈਮਰਾ ਲੈ ਕੇ ਉੱਥੋਂ ਨਿਕਲੇ, ਜਦੋਂ ਹੀ ਸਾਡੀ ਟੀਮ, ਕਿਉਂਕਿ ਸਾਡਾ ਆਫਿਸ ਉਸੇ ਰੋਡ ਤੇ ਹੈ ਤੇ ਅਸੀਂ ਜਲਦੀ ਕੈਮਰਾ ਲੈ ਕੇ ਅਸੀਂ ਆਪਣੇ ਰਿਪੋਰਟਰ ਨੂੰ ਉੱਥੇ ਮੂਵ ਕੀਤਾ, ਔਰ ਜਦੋਂ ਹੀ ਉਹਨੇ ਰਿਪੋਰਟਰ ਨੇ ਹਜੇ ਖਬਰ ਕਰਨੀ ਸ਼ੁਰੂ ਕੀਤੀ ਹੈ, ਉਸੇ ਵੇਲੇ ਉੱਥੇ ਟ੍ਰੈਫਿਕ ਮੁਲਾਜ਼ਮ ਜਿਹੜੇ ਚੌਂਕਾਂ ਤੇ ਤੈਨਾਤ ਹੋ ਗਏ। ਤੈਨਾਤ ਹੋਣ ਦਾ ਮਤਲਬ ਉਹ ਪਹਿਲਾਂ ਹੀ ਉੱਥੇ ਸੀਗੇ, ਅਲਰਟ ਹੋ ਗਏ। ਜਿੰਨੀ ਦੇਰ ਤੱਕ ਆਪਾਂ ਖਬਰ ਪੂਰੀ ਕਰ ਰਹੇ ਸੀਗੇ ਉਨੀ ਦੇਰ ਤੱਕ ਜਿਹੜਾ ਪਿਛਲੇ 1 ਘੰਟੇ ਤੋਂ ਜਾਮ ਲੱਗਾ ਹੋਇਆ ਸੀਗਾ ਉਸੇ ਕਲੀਅਰ ਹੋ ਗਿਆ। ਇਹਦਾ ਮਤਲਬ ਮਨਸ਼ਾ ਟ੍ਰੈਫਿਕ ਮੁਲਾਜ਼ਮਾਂ ਦੀ ਬੜੀ ਕਲੀਅਰ ਜੀ ਹੋਣੀ ਚਾਹੀਦੀ ਹੈ, ਅਲਰਟਨੈਸ ਹੋਣੀ ਚਾਹੀਦੀ ਹੈ, ਔਰ ਇੱਕ ਟਾਰਗੇਟ ਬੇਸ ਹੋਣਾ ਚਾਹੀਦਾ ਕਿ ਵੀ ਤੇਰੇ ਜੰਕਸ਼ਨ ਤੇ ਜਾਮ ਨਹੀਂ ਲੱਗਣਾ ਚਾਹੀਦਾ। ਜਦੋਂ ਇਸ ਜੰਕਸ਼ਨ ਤੇ ਜਾਮ ਨਹੀਂ ਲੱਗੂਗਾ ਤੇ ਸੁਭਾਵਿਕ ਜੀ ਗੱਲ ਹੈ ਕਿ ਅਗਲੇ ਤੇ ਵੀ ਨਹੀਂ ਲੱਗੂਗਾ, ਫਿਰ ਉਸ ਤੋਂ ਅਗਲੇ ਤੇ ਵੀ ਨਹੀਂ ਲੱਗੂਗਾ। ਕੋਈ ਘਟਨਾ ਵਾਪਰ ਜਾਵੇ, ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਰੂਟ ਡਾਇਵਰਟ ਕੀਤੇ ਨੇ, ਉਦੋਂ ਤਾਂ ਉਹ ਗੱਲ ਵੱਖਰੀ ਹੈ। ਪਰ ਘੱਟੋ ਘੱਟ ਟ੍ਰੈਫਿਕ ਮੁਲਾਜ਼ਮਾਂ ਨੂੰ ਇਹ ਤਾਂ ਚਾਹੀਦਾ ਨਾ ਕਿ ਅਲਰਟ ਰਹਿਣ, ਔਰ ਜਿਹੜੇ ਵੱਡੇ ਅਫਸਰ ਨੇ ਉਹ ਅਲਰਟ ਰਹਿਣ, ਔਰ ਰੂਟਸ ਦੱਸਣ ਲੋਕਾਂ ਨੂੰ, SMS ਭੇਜਣ, ਈਮੇਲਸ ਭੇਜਣ, ਤਾਂ ਬੜੇ ਵਧੀਆ ਤਰੀਕੇ ਨਾਲ ਲੋਕੀ ਵੀ ਬੜੇ ਸੈਟੀਸਫਾਈ ਹੋਣਗੇ। ਔਰ ਉਹਨਾਂ ਨੂੰ ਜ਼ਿਆਦਾ ਲੋਕਾਂ ਦੀ ਵੀ ਜਿਹੜੀ ਗੁੱਸਾ ਆਪਾਂ ਦੇਖਿਆ ਕਿ ਲੋਕਾਂ ਨੇ ਰਿਵੋਲਵਰਾਂ ਹੀ ਕੱਢ ਲਈਆਂ, ਉਹੋ ਜਿਹਾ ਗੁੱਸਾ ਨਹੀਂ ਰਹੂਗਾ ਲੋਕਾਂ ਨੂੰ। ਤੁਸੀਂ ਬਹੁਤ ਐਡਵਾਂਸ ਟੈਕਨੋਲੋਜੀ ਦੀ ਗੱਲ ਕਰ ਰਹੇ ਹੋ ਕਿ ਮੈਸੇਜ ਦਿੱਤੇ ਜਾਣ, ਲੋਕਾਂ ਨੂੰ ਮੈਸੇਜ ਭੇਜੇ ਜਾਣ ਕਿ ਇੱਥੇ ਧਰਨਾ ਲੱਗਾ ਹੈ ਜਾਂ ਇੱਥੇ ਜਾਮ ਲੱਗਾ ਹੋਇਆ, ਇੱਧਰਲੇ ਪਾਸੇ ਨਹੀਂ, ਤੁਸੀਂ ਇੱਧਰਲੇ ਪਾਸੇ ਡਾਇਵਰਟ ਹੋ ਜਾਓ। ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦਾ ਅਮਲ ਹੋ ਸਕਦਾ ਹੈ? ਕਿਉਂਕਿ ਮੈਨੂੰ ਤਾਂ ਲੱਗਦਾ ਕਿ ਇੱਥੇ ਤੱਕ ਜੇ ਤੁਸੀਂ ਕਿਸੇ ਨੂੰ ਕਿਸੇ ਥਾਣੇ ਦੇ ਇੰਚਾਰਜ ਨੂੰ ਜੇ ਤੁਸੀਂ ਫੋਨ ਕਰਨਾ ਹੋ ਤਾਂ ਫੋਨ ਹੀ ਨਹੀਂ ਚੁੱਕਦਾ ਉਹ ਤਾਂ, ਅਤੇ ਬਾਕੀ ਤੱਕ ਉਹ ਤੁਸੀਂ ਮੈਸੇਜ ਵਾਲੀ ਤਾਂ ਬਹੁਤ ਦੂਰ ਦੀ ਗੱਲ ਹੈ। ਉਹਦੇ ਨਾਲ ਇਹੀ ਗੱਲ ਹੈ ਕਿ ਟੈਕਨੋਲੋਜੀ ਪਲੱਸ ਮੈਨੂਅਲ ਪਾਵਰ ਜਿਹੜੀ ਆ ਉਹ ਦੋਨੋਂ ਬੈਲੈਂਸ ਹੋਣੀ ਚਾਹੀਦੀਆਂ। ਜੇ ਤੁਸੀਂ ਮੈਨੂਅਲੀ, ਤੁਹਾਡੀ ਗੱਲ ਠੀਕ ਹੈ, ਜੇ ਮੈਨੂਅਲ ਜ਼ਿਆਦਾ ਵਧਾ ਦਿੰਦੇ ਫਿਰ ਰਸਤੇ 'ਚ ਨਾਕੇ ਲਾ ਕੇ ਰੋਕ ਲੈਂਦੇ ਨੇ, ਨਾਕੇ ਲੱਗ ਜਾਂਦੇ ਨੇ। ਤੇ ਉਦੋਂ ਹੁੰਦਾ ਕੀ ਹੈ ਕਿ ਨਾਕੇ ਜਦੋਂ ਲੱਗ ਗਏ ਤਾਂ ਫਿਰ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਹੈ। ਰੈੱਡ ਲਾਈਟ ਤੋਂ ਬਾਅਦ ਥੋੜ੍ਹੀ ਦੂਰ ਬਾਅਦ ਹੀ ਜਿਹੜੀ ਹੈ ਟ੍ਰੈਫਿਕ ਮੁਲਾਜ਼ਮ ਨੇ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਰੈੱਡ ਲਾਈਟ ਤੋਂ ਬਾਅਦ ਨਾਕਾ ਲਾ ਕੇ ਖੜੇ ਹੋ ਜਾਂਦੇ ਨੇ, ਉਹ ਗੱਡੀਆਂ ਨੂੰ ਰੋਕਦੇ ਨੇ, ਪਿੱਛੇ ਜਾਮ ਲੱਗ ਜਾਂਦਾ। ਤਾਂ ਜਦੋਂ ਮੈਨੂਅਲ ਔਰ ਟੈਕਨੋਲੋਜੀ ਦੋਨੋਂ ਇਕੱਠੇ ਕੰਮ ਕਰਨ, ਔਰ ਜਿਵੇਂ ਤੁਸੀਂ ਦੱਸ ਰਹੇ ਹੋ ਜਾਂ ਤੁਸੀਂ ਚਿੰਤਾ ਜਤਾ ਰਹੇ ਹੋ, ਮੈਂ ਉਹੀ ਦੱਸ ਰਿਹਾ ਕਿ ਸਮਾਰਟ ਸਿਟੀਜ਼ ਪ੍ਰੋਜੈਕਟ ਦੇ ਅਧੀਨ ਜਲੰਧਰ, ਅੰਮ੍ਰਿਤਸਰ ਔਰ ਲੁਧਿਆਣਾ ਦੇ ਵਿੱਚ ITMS ਪ੍ਰੋਜੈਕਟ ਲੱਗਣੇ ਨੇ। ਲੁਧਿਆਣਾ ਦੇ ਵਿੱਚ ਸ਼ਾਇਦ ਕੁਝ ਜਗ੍ਹਾ ਤੇ ਸ਼ੁਰੂ ਹੋ ਚੁੱਕਿਆ, ਹਜੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਇਹ ਚੱਲ ਰਿਹਾ। ਜਲੰਧਰ ਦੇ ਵਿੱਚ ਚੱਲਣ ਜਾ ਰਿਹਾ, ਅੰਮ੍ਰਿਤਸਰ ਦੇ ਵਿੱਚ ਵੀ ਚੱਲਣ ਜਾ ਰਿਹਾ। ਤਾਂ ITMS ਜਿਹੜਾ ਸਿਸਟਮ ਹੈ ਉਹ ਲੱਗੇਗਾ, ਜਲੰਧਰ ਦੇ ਵਿੱਚ ਵੀ ਲੱਗੇਗਾ। ਪਰ ਗੱਲ ਇਹ ਹੈ ਕਿ ਮੋਨੀਟਰ ਕਰਨਾ ਪਏਗਾ ਵਧੀਆ ਤਰੀਕੇ ਦੇ ਨਾਲ। ਹੋ ਗਿਆ ਮੇਰਾ ਮਕਸਦ ਐਕਚੁਅਲੀ ਕੀ ਸੀਗਾ ਆਪਣੇ ਇਸ ਪ੍ਰੋਗਰਾਮ ਦਾ, ਜਿਹੜਾ ਅੱਜ ਮਕਸਦ ਹੀ ਇਹੋ ਹੀ ਹੈ ਕਿ ਲੋਕ ਕਈ ਵਾਰ ਬਹੁਤ ਐਮਰਜੈਂਸੀ ਹੁੰਦੀ ਬੰਦੇ ਨੂੰ, ਕਿਸੇ ਨੂੰ ਬਹੁਤ ਐਮਰਜੈਂਸੀ ਹੁੰਦੀ, ਲੇਕਿਨ ਉਹ ਜਾ ਕੇ ਜਾਮ 'ਚ ਫਸ ਜਾਂਦਾ ਹੈ। ਅਤੇ ਜ਼ਾਹਿਰ ਹੈ ਕਿ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਔਰ ਜਾਮ 'ਚ ਫਸਿਆ ਹੋਇਆ ਬੰਦਾ ਤਾਂ ਉਹਨੂੰ ਗੁੱਸਾ ਆਏਗਾ ਹੀ ਆਏਗਾ। ਉਹ ਫਿਰ ਕੀ ਹੁੰਦਾ ਕਿ ਜਾਂ ਤਾਂ ਆਪਸ 'ਚ ਲੜ ਪੈਂਦੇ ਆ, ਅਗਲੀ ਪਿਛਲੀ ਗੱਡੀ ਵਾਲੇ ਲੜ ਪੈਂਦੇ ਆ, ਜਾਂ ਜਿਹੜਾ ਉੱਥੇ ਪੁਲਿਸ ਮੁਲਾਜ਼ਮ ਖੜਾ ਹੁੰਦਾ ਉਹਦੇ ਤੋਂ ਬਹਿਸਣ ਲੱਗ ਪੈਂਦੇ ਆ। ਇਹ ਚੀਜ਼ਾਂ ਜਿਹੜੀਆਂ, ਕਿਉਂਕਿ ਲੋਕਾਂ ਕੋਲ ਟਾਈਮ ਘੱਟ ਔਰ ਕੰਮ ਜ਼ਿਆਦਾ ਹੈ ਅੱਜ ਕੱਲ੍ਹ ਜੋ, ਅਤੇ ਇਹ ਚੀਜ਼ਾਂ ਜ਼ਾਹਿਰ ਹੈ ਕਿ ਜਦੋਂ ਟ੍ਰੈਫਿਕ ਦੇ ਵਿੱਚੋਂ ਬੰਦਾ ਨਿਕਲ ਰਿਹਾ ਔਰ ਟ੍ਰੈਫਿਕ ਸਮੂਥ ਨਹੀਂ ਹੈਗਾ, ਅਤੇ ਉਹ ਗੁੱਸਾ ਜਿਹੜਾ ਹੋਰ ਵੱਧਦਾ ਬੰਦੇ ਨੂੰ। ਉਹਨੇ ਕਿਸੇ ਨੂੰ ਟਾਈਮ ਦਿੱਤਾ ਹੁੰਦਾ, ਉਹ ਪਹੁੰਚ ਉੱਥੇ ਪਾਉਂਦਾ ਨਹੀਂ, ਬੰਦਾ ਜਿਹੜਾ ਅਗਲਾ ਹੈਗਾ ਉਹ ਨਿਕਲ ਜਾਂਦਾ, ਜਾਂ ਕੋਈ ਮਰੀਜ਼ ਹੈਗਾ ਜਿਹੜਾ ਐਂਬੂਲੈਂਸ ਦੇ ਵਿੱਚ, ਕਿਉਂਕਿ ਸਾਡੇ ਕੋਲ ਕੋਈ ਐਂਬੂਲੈਂਸ ਵਾਸਤੇ ਵੱਖਰੀ ਲੇਨ ਤਾਂ ਹੈ ਨਹੀਂ ਕਿ ਐਂਬੂਲੈਂਸ ਨਿਕਲ ਜਾਏਗੀ। ਲੇਕਿਨ ਜੇ ਉਹ ਐਂਬੂਲੈਂਸ ਫਸ ਗਈ ਹੈ ਅਤੇ ਉਹ ਜ਼ਾਹਿਰ ਹੈ ਕਿ ਜਿਹੜਾ ਉਸ ਬੰਦਾ ਉਸ ਐਂਬੂਲੈਂਸ ਦੇ ਵਿੱਚ ਹੈ, ਜੋ ਵੀ ਮਰੀਜ਼ ਉਸ ਐਂਬੂਲੈਂਸ ਦੇ ਵਿੱਚ ਹੈਗਾ, ਉਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ। ਇਹ ਸਾਰੀਆਂ ਚੀਜ਼ਾਂ ਸਮੂਥ ਕਰਨ ਵਾਸਤੇ ਤੁਹਾਨੂੰ ਜ਼ਿੰਮੇਵਾਰੀ ਦੀ ਲੋੜ ਹੈ, ਜ਼ਿੰਮੇਵਾਰੀ ਲੈਣ ਦੀ ਲੋੜ ਹੈ। ਜ਼ਿੰਮੇਵਾਰੀ ਲੋਕਾਂ ਨੂੰ ਵੀ ਤੇ ਅਫਸਰਾਂ ਨੂੰ ਵੀ। ਜੇ ਅਫਸਰ ਸਖਤੀ ਕਰਦੇ ਨੇ ਫਿਰ ਉਹਦਾ ਵੀ ਜਿਹੜਾ ਗੁੱਸਾ ਉਹ ਲੋਕਾਂ ਦੇ ਵਿੱਚ ਆ ਜਾਂਦਾ ਹੈ। ਜੇ ਤੁਸੀਂ ਬਹੁਤ ਜ਼ਿਆਦਾ ਸਖਤੀ ਕਰੋਗੇ ਫਿਰ ਉਹ ਪ੍ਰਸ਼ਾਸਨ ਤੋਂ ਲੋਕ ਤੰਗ ਹੋ ਜਾਂਦੇ ਨੇ। ਸਖਤੀ ਵੀ ਉਨੀ ਕੁ ਕੀਤੀ ਜਾਵੇ ਤਾਂ ਕਿ ਕੁਛ ਦੇਰ ਦੀ ਸਖਤੀ ਦੇ ਨਾਲ ਲੋਕਾਂ ਦਾ ਬਿਹੇਵੀਅਰ ਚੇਂਜ ਹੋ ਜਾਏ। ਔਰ ਲੋਕਾਂ ਨੂੰ ਸਭ ਐਂਡ 'ਤੇ ਤਾਂ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਲੋਕਾਂ ਨੂੰ ਅਵੇਅਰ ਹੋਣਾ ਪਏਗਾ। ਜੇ ਟ੍ਰੈਫਿਕ ਮੁਲਾਜ਼ਮ ਨਹੀਂ ਲੱਗਦੇ ਸੜਕਾਂ 'ਤੇ, ਜੇ ਨਹੀਂ ਐਡਵਾਂਸ ਟੈਕਨੋਲੋਜੀ ਵਾਲੀ ਸਿਗਨਲਸ ਲੱਗਦੇ, ਤਾਂ ਜੇ ਆਪਾਂ ਹੀ ਵਧੀਆ ਤਰੀਕੇ ਨਾਲ ਟ੍ਰੈਫਿਕ ਸਿਗਨਲਸ ਦੀ ਪਾਲਣਾ ਸ਼ੁਰੂ ਕਰ ਦਈਏ ਤਾਂ ਫਿਰ ਇਹ ਤਾਂ ਹੋਣਾ ਨਹੀਂ ਕਿ ਮੈਂ ਟੱਪ ਰਿਹਾ ਅਤੇ ਅਗਲਿਆਂ ਦਾ ਮੈਂ ਟਾਈਮ ਖਰਾਬ ਕਰ ਰਿਹਾ ਅਤੇ ਮੈਨੂੰ ਅੱਗੇ ਇਹੋ ਜਿਹਾ ਬੰਦਾ ਮੇਰੇ ਵਰਗਾ ਨਹੀਂ ਮਿਲੇਗਾ। ਮੈਨੂੰ ਅੱਗੇ ਜਾ ਕੇ ਉਹ ਮੇਰੇ ਵਰਗਾ ਬੰਦਾ ਲੱਭ ਜਾਏਗਾ ਜਿਹਨੇ ਪਿਛਲਿਆਂ ਨੂੰ ਖਰਾਬ ਕੀਤਾ,
ਅੱਗੇ ਜਾ ਕੇ ਮੈਨੂੰ ਕੋਈ ਖਰਾਬ ਕਰੇਗਾ, ਤਾਂ ਸਮਾਂ ਤਾਂ ਫਿਰ ਸਾਰਿਆਂ ਦਾ ਉਦਾਂ ਹੀ ਖਰਾਬ ਹੋ ਰਿਹਾ। ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਪਏਗਾ। ਪਰ ਬਾਕੀ ਦੂਜੀ ਗੱਲ ਜਿਹੜੀ ਆਪਾਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਟੈਕਨੋਲੋਜੀ ਚਾਹੀਦੀ ਹੈ, ਟੈਕਨੋਲੋਜੀ ਦੇ ਨਾਲ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਅਲਰਟ ਚਾਹੀਦੇ ਨੇ, ਗਿਣਤੀ ਵੀ ਉਹਨਾਂ ਦੀ ਚਾਹੀਦੀ ਹੈ ਤੇ ਅਲਰਟ ਵੀ ਚਾਹੀਦੇ ਨੇ। ਇਹ ਨਾ ਹੋਵੇ ਕਿ 4 ਮੁਲਾਜ਼ਮ ਇੱਕ ਚੌਂਕ ਤੇ ਖੜੇ ਨੇ ਪਰ ਉਹ ਅਲਰਟ ਹੀ ਹੈ ਨਹੀਂਗੇ, ਉਹ ਧਿਆਨ ਹੀ ਨਹੀਂ ਦੇ ਰਹੇ ਸਹੀ ਤਰੀਕੇ ਨਾਲ, ਤਾਂ ਫਿਰ ਟ੍ਰੈਫਿਕ ਮੈਨੇਜਮੈਂਟ ਦੀ ਸਮੱਸਿਆ ਜਿਹੜੀ ਹੈ, ਟ੍ਰੈਫਿਕ ਦੀ ਸਮੱਸਿਆ ਉਹ ਦੂਰ ਨਹੀਂ ਹੋ ਸਕਦੀ। ਔਰ ਟ੍ਰੈਫਿਕ ਦੀ ਸਮੱਸਿਆ ਦੇ ਪ੍ਰੋਗਰਾਮ ਰਾਣਾ ਜੀ ਆਪਾਂ ਇਸ ਕਰਕੇ ਕੀਤਾ ਹੈ ਕਿ ਇਹ ਬਹੁਤ ਵੱਡੀ ਸਮੱਸਿਆ ਅੱਜ ਦੀ ਡੇਟ ਦੇ ਵਿੱਚ ਜੀ, ਵੱਡੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ। ਔਰ ਮੈਨੂੰ ਇਹ ਲੱਗਦਾ ਹੈ ਕਿ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਸਮੱਸਿਆ ਬਣ ਗਈ ਉਦੋਂ ਤਾਂ ਆਪਾਂ ਟੈਕਨੋਲੋਜੀ ਲੈ ਰਹੇ ਹਾਂ। ਇਹ ਬੜਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਛੋਟੇ ਸ਼ਹਿਰ ਨੇ, ਗੱਡੀਆਂ ਦੀ ਗਿਣਤੀ ਤਾਂ ਉੱਥੇ ਵੀ ਵੱਧ ਰਹੀ ਹੈ, ਟ੍ਰੈਫਿਕ ਤਾਂ ਉੱਥੇ ਵੀ ਵੱਧ ਰਿਹਾ, ਉੱਥੇ ਹੁਣੇ ਟੈਕਨੋਲੋਜੀ ਲੈ ਕੇ ਆਓ ਤਾਂ ਕਿ ਅਗਲੇ 5 ਸਾਲ ਤੱਕ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਠੀਕ ਹੈ ਰਿਮਾਂਸ਼ੂ ਜੀ, ਤੁਸੀਂ ਅੱਜ ਬੜੀ ਵਧੀਆ ਜਾਣਕਾਰੀ ਜਿਹੜੀ ਦਿੱਤੀ ਔਰ ਅਸੀਂ ਇਸ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਟ੍ਰੈਫਿਕ ਨੂੰ ਇਸ ਕਰਕੇ ਸ਼ਾਮਿਲ ਕੀਤਾ, ਟ੍ਰੈਫਿਕ ਸਮੱਸਿਆ ਨੂੰ ਇਸ ਕਰਕੇ ਸ਼ਾਮਿਲ ਕੀਤਾ ਕਿਉਂਕਿ ਇਹ ਟ੍ਰੈਫਿਕ ਸਮੱਸਿਆ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਔਰ ਇਸ ਨੂੰ ਦੂਰ ਕਰਨਾ ਨਾ ਸਿਰਫ ਪੁਲਿਸ ਦਾ, ਪ੍ਰਸ਼ਾਸਨ ਦਾ, ਸਰਕਾਰ ਦਾ ਕੰਮ ਹੈ, ਬਲਕਿ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਜੇ ਤੁਹਾਡਾ ਸਿਗਨਲ ਰੈੱਡ ਹੈ ਤਾਂ ਤੁਹਾਨੂੰ ਰੈੱਡ ਸਿਗਨਲ ਤੇ ਵੇਟ ਕਰਨਾ ਚਾਹੀਦਾ, ਜਾਂ ਤੁਹਾਨੂੰ ਜਦ ਪਤਾ ਹੈ ਕਿ ਤੁਸੀਂ ਰੋਜ਼ ਉਸ ਸਿਗਨਲ ਨੂੰ ਕ੍ਰੋਸ ਕਰ ਰਹੇ ਹੋ ਜਿਹੜੇ ਸਿਗਨਲ ਤੇ ਜਾਮ ਲੱਗਦਾ ਹੈ, ਤੇ ਤੁਸੀਂ ਘਰੋਂ ਉਸੇ ਹਿਸਾਬ ਨਾਲ ਚੱਲੋ ਤਾਂ ਕਿ ਤੁਹਾਨੂੰ ਇਰੀਟੇਸ਼ਨ ਨਾ ਹੋਵੇ ਔਰ ਤੁਸੀਂ ਗੱਡੀ ਕਿਸੇ ਇੱਧਰ ਉੱਧਰ ਕਰਕੇ ਕੱਢਣ ਦੀ ਕੋਸ਼ਿਸ਼ ਨਾ ਕਰੋ ਤਾਂ ਕਿ ਕਿਸੇ ਹੋਰ ਨੂੰ ਜਾਂ ਤਾਂ ਸਮੱਸਿਆ ਨਾ ਆਵੇ ਜਾਂ ਕੋਈ ਦੁਰਘਟਨਾ ਜਿਹੜੀ ਹੈਗੀ ਆ ਉਹ ਨਾ ਹੋਵੇ। ਤੇ ਅਜਿਹੇ ਹੀ ਕਿਸੇ ਹੋਰ ਮੁੱਦੇ ਨੂੰ ਲੈ ਕੇ ਅਸੀਂ ਫੇਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਦਿਓ, ਧੰਨਵਾਦ।